तकरीबन पौने 300 करोड़ रुपया सड़कों ते लाया। ये रिकॉर्ड है। जे मेरे वीर नूं किसी भैन नूं साडे इस डाटा के उत्ते कोई शक शुबा होवे तां ओह RTI च इन्फॉर्मेशन लै सकदे। 3 स्कूल असीं अपग्रेड कीते ने जिहड़े पहलां कदे भी नहीं होए। ये दस्सण मैनूं श्रोमणी अकाली दल दे पहले रहे MLA कि उन्होंने 10 सालों के 2007 तो 17 तक किन्ने स्कूल अपग्रेड करे। कांग्रेस सरकार ने ते लोगों के चुने हुए नुमाइंदे ने 2017 तो अज तक 26 करोड़ रुपया 5 सालों खर्चे है। पर बैस साहब जेकर तुसीं कहने भी इन्ने विकास कराने इन्ने प्रोजैक्ट लाने ਉਹ कौन लोग ने ਜਿਹੜੇ ਵਿਰੋਧ ਕਰ ਰਹੇ ਨੇ। ਕੱਲ ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਮੀਟਿੰਗ ਹੋਈ, ਉਹ ਕਿੰਨੇ ਪਿੰਡਾਂ ਦੇ ਸਰਪੰਚਾਂ ਵੱਲੋਂ ਕਿੰਨੇ ਸਰਪੰਚ ਸੀ? ਤੁਸੀਂ ਦੱਸੋ, ਤੁਸੀਂ ਜ਼ਿਆਦਾ ਜਾਣਦੇ ਹੋ। ਨਹੀਂ ਪਿੰਡਾਂ ਦੇ ਸਰਪੰਚ ਵੀ ਸੀ, ਪੰਚ ਵੀ ਸੀ। ਉਹ ਕਿੰਨੇ ਸੀਗੇ? ਕਹਿੰਦੇ ਵੀ ਟਿਕਟ ਕੱਟੀ ਜਾਵੇ ਉਹਨਾਂ ਦੀ ਮੰਗ ਕਰ ਰਹੇ ਨੇ ਕਿ ਇੱਕ ਚੁਣੇ ਹੋਏ ਨੁਮਾਇੰਦੇ ਦਾ ਕੀ ਰੋਲ ਹੁੰਦਾ, ਲੋਕਾਂ ਦੇ ਪ੍ਰਤੀ ਉਹਦਾ ਕੀ ਕੰਮ ਹੁੰਦਾ। ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਕਿ ਜੋ ਇੱਕ MLA ਦੀਆਂ ਜ਼ਿੰਮੇਵਾਰੀਆਂ ਡਿਊਟੀਆਂ ਹੁੰਦੀਆਂ ਉਹ ਮੈਂ 5 ਸਾਲਾਂ 'ਚ ਬਾਖੂਬੀ ਨਿਭਾਈਆਂ। ਸਰ ਤੁਹਾਡੀ ਪਾਰਟੀ ਦੇ ਹੀ ਬੰਦੇ ਨੇ, ਉਹ ਕਹਿੰਦੇ ਵਿਕਾਸ ਹੀ ਨਹੀਂ ਹੋਇਆ ਹਲਕੇ। ਜਿਹੜੇ ਇਹੋ ਜਿਹੇ ਲੋਕ ਗੱਲਾਂ ਕਰਦੇ ਆ, ਤੁਸੀਂ ਉਹਨਾਂ ਨੂੰ ਕਦੇ ਸਵਾਲ ਨਹੀਂ ਕਰਦੇ ਕਿ ਤੁਸੀਂ ਕੀ ਕੀਤਾ, ਤੁਹਾਡੇ 5 ਸਾਲ ਤੁਸੀਂ ਹਲਕੇ ਵਿੱਚ ਕੀ ਕੀਤਾ। ਕੌਣ ਆ ਤੁਹਾਨੂੰ ਕੀ ਲੱਗਦਾ, ਕੌਣ ਕੋਈ ਹੋਰ ਆ ਪਿੱਛੇ ਦੇ ਪਿੱਛੇ ਬਗਾਵਤ ਉਹ ਕਰਾਉਂਦਾ? ਛੱਡੋ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਮੈਂ ਕੀਤਾ ਉਹ ਲੋਕਾਂ ਦੇ ਸਾਹਮਣੇ ਹੈ। ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਬੈਦ ਸਾਹਿਬ 2017 ਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਹੋਇਆ ਸੀ, ਬੇਰੁਜ਼ਗਾਰੀ ਉਹਦੇ ਵਿੱਚ ਸਰਕਾਰ ਪਛੜੀ ਹੈ। ਘਰ ਨੌਕਰੀ 'ਚ 16 ਲੱਖ ਨੌਕਰੀਆਂ ਦਿੱਤੀਆਂ, ਲੇਕਿਨ ਉਹਦੇ ਤੇ ਸਰਕਾਰ ਪਛੜੀ। ਮਨਸ਼ਾ ਨਹੀਂ ਸੀ ਖਰਾਬ। ਨਸ਼ੇ ਦੇ ਉੱਤੇ 2017 ਤੋਂ ਲੈ ਕੇ ਅੱਜ ਤੱਕ ਚਿੱਟੇ ਦੇ ਉੱਤੇ ਬਹੁਤ ਕੰਮ ਹੋਇਆ। ਅੱਜ ਮੈਂ ਦਾਅਵੇ ਨਾਲ ਪਹਿਲਾਂ ਵੀ ਹਰ ਟੈਲੀਵਿਜ਼ਨ ਚੈਨਲ ਤੇ ਕਿਹਾ ਕਿ 95, 97, 98% ਚਿੱਟਾ ਜਿਹੜਾ ਆ ਉਹਦੇ ਤੇ ਸਰਕਾਰ ਨੇ ਕੰਟਰੋਲ ਕੀਤਾ। ਪਰ ਜਿਹੜਾ ਰੋਜ਼ ਫੜਿਆ ਜਾ ਰਿਹਾ ਕਿੱਥੋਂ ਆ ਰਿਹਾ? ਨਹੀਂ, ਇਹ ਤਾਂ ਤੁਹਾਡੇ ਸਾਹਮਣੇ ਹੈ ਯਾਰ। ਇਹ ਤਾਂ ਦੇਖੋ, ਜਿਹੜੇ ਹੁਣ ਬਾਰਡਰ ਦੇ ਉੱਤੋਂ ਇੰਨਾ ਨਸ਼ਾ ਫੜਿਆ ਜਾਂਦਾ, ਉਹ ਤਾਂ ਕੰਟਰੀਜ਼ ਲੱਗੇ ਹੋਏ ਨੇ। ਸਿੰਥੈਟਿਕ ਡਰੱਗਸ ਇੱਥੇ ਆਪਣੇ ਬਣਦੀ ਰਹੀ ਹੈ। ਆ ਬੱਦੀ ਦੇ ਵਿੱਚ ਫੈਕਟਰੀਆਂ ਫੜੀਆਂ ਨੇ। MLA ਆਮ ਆਦਮੀ ਪਾਰਟੀ ਦੇ ਕਿ ਯਾਰ ਜੀ ਕਰਦਾ ਕੱਪੜੇ ਫਾੜ ਕੇ ਅਸੀਂ ਨਾ ਇਸ ਪਾਰਟੀ ਚੋਂ ਬਾਹਰ ਭੱਜ। ਕੱਲ ਵੀ 2 MLA ਨਾਲ ਮੇਰੀ ਗੱਲ ਹੋਈ ਐਂਡ ਉਹ ਚਲੇ ਗਏ। 12 ਚੋਂ 11 ਸਾਡੇ ਵਿੱਚ ਸ਼ਾਮਲ ਹੋ ਗਏ। ਉਹ ਪੋਲੀਟੀਕਲ ਪਾਰਟੀ ਜਿਹੜੀ ਗਰੰਟੀਆਂ ਦਿੰਦੀ ਹੋਵੇ, ਕੇਜਰੀਵਾਲ ਦੀ ਤਾਂ ਆਪਣੀ ਕੋਈ ਗਰੰਟੀ ਨਹੀਂ। ਦਲਿਤ ਬੱਚਿਆਂ ਦੇ ਵਜੀਫੇ ਵਾਲਾ ਦਾ ਮਸਲਾ ਸੀ, ਉਹ ਬੜਾ ਉੱਠਿਆ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਬੜੇ ਵੱਡੇ ਇਲਜ਼ਾਮ ਲੱਗੇ ਵੀ ਉਹਨਾਂ ਨੇ ਘੁਟਾਲਾ ਕੀਤਾ। ਅਕਾਲੀ ਦਲ ਨੇ ਇਲਜ਼ਾਮ ਲਾਏ, ਆਮ ਆਦਮੀ ਪਾਰਟੀ ਪ੍ਰੋਟੈਸਟ ਕਰਦੀ ਰਹੀ। ਉਹਨਾਂ ਨੂੰ ਪਰਿਵਾਰ ਨੇ ਜਿਹੜੇ ਬੱਚੇ ਨੂੰ ਹੱਕ ਮਿਲ ਗਏ। ਅਸੀਂ ਲੋਕਾਂ ਨੇ ਉਹ ਸਾਰੇ ਸਿਸਟਮ ਨੂੰ ਫੋਲੋ ਕੀਤਾ, ਉਹ ਕੰਮ ਸ਼ੁਰੂ ਹੋ ਗਿਆ। ਕਦੋਂ ਮਿਲੇ? ਬੇਅਦਬੀ ਮਾਮਲਾ ਸਭ ਤੋਂ ਵੱਡਾ ਮਾਮਲਾ ਸੀ 2017 ਦੇ ਵਿੱਚ, ਉਹ ਵੀ ਵਿੱਚ ਵਿਚਾਲੇ ਲਟਕਦਾ। ਸਰਕਾਰ ਤੁਹਾਡੀ ਸਾਰੀ ਲੰਘੀ, ਸਿੱਖ ਕੌਮ ਦੇਖ ਰਹੀ ਸੀ ਇਨਸਾਫ ਦੇਣਗੇ। ਹੁਣ ਵੀ ਜਿਹੜੇ ਪੀੜਤ ਪਰਿਵਾਰ ਨੇ ਧਰਨੇ ਤੇ ਬੈਠੇ ਨੇ, ਸਿੱਧੂ ਸਾਹਿਬ ਵੀ ਗਏ ਉੱਥੇ। ਇਹ 15-20 ਮਿੰਟ 'ਚ ਮਸਲਾ ਨਹੀਂ ਡਿਸਕਸ ਕੀਤਾ। 5 ਸਾਲ ਸੀ ਤੁਹਾਡੇ ਲਈ। ਨਹੀਂ, ਤੁਸੀਂ ਮੇਰੇ ਨਾਲ ਇਹ ਸਵਾਲ ਕਰਦੇ ਹੋ, ਇਸ ਸਵਾਲ ਦਾ ਬਹੁਤ ਲੰਬਾ ਆਨਸਰ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਵੱਲੋਂ ਪਹਿਲੀ ਸੂਚੀ ਜਿਹੜੀ ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਹੈ ਤੇ 86 ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਜਿਹੜੀ ਪੰਜਾਬ ਦੀ ਸਿਆਸਤ ਤੋਂ ਗਰਮਾਈ ਹੋਈ ਆ। ਪੰਜਾਬ ਦੇ ਇਸ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਰਹਿਣਗੇ, ਸਾਡੇ ਨਾਲ ਗਿੱਲ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਜਿਹੜੇ ਵਿਧਾਇਕ ਨੇ ਕੁਲਦੀਪ ਸਿੰਘ ਬੈਦ, ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਦੀ ਰਣਨੀਤੀ ਹੈ, ਪਾਰਟੀ ਇਹਨਾਂ ਨੂੰ ਕਦੋਂ ਐਲਾਨ ਕਰੇਗੀ ਟਿਕਟ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਕਿਹੜੇ ਮੁੱਦੇ ਨੇ, ਕਿਹੜੇ ਇਹਨਾਂ ਦੇ ਵੱਲੋਂ ਪਿਛਲੇ 5 ਸਾਲਾਂ ਦੇ ਵਿੱਚ ਵਿਕਾਸ ਕਰਾਏ ਗਏ ਨੇ, ਉਹਨਾਂ ਤੋਂ ਵੀ ਜਾਣੂ ਕਰਾਂਗੇ। D5 ਤੇ ਤੁਹਾਡਾ ਬਹੁਤ ਸਵਾਗਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੈਦ ਸਾਹਿਬ, ਕਿਸ ਤਰ੍ਹਾਂ ਦੀ ਤਿਆਰੀ ਹੈ? ਤਿਆਰੀ ਤਾਂ ਤੁਸੀਂ ਲੋਕਾਂ ਨੂੰ ਪੁੱਛੋ। ਤਕਰੀਬਨ 100 ਸਾਡੇ ਜਿਹੜੇ 55 ਪਿੰਡ ਨੇ, 100 ਸਾਡੀਆਂ ਵਿੱਚ ਕਲੋਨੀਆਂ ਨੇ। 550 ਕਰੋੜ ਰੁਪਏ ਦੇ ਹਲਕੇ ਦੇ ਵਿੱਚ ਕੰਮ ਕਰਵਾਏ ਗਏ ਨੇ, ਜਿਹੜਾ ਇੱਕ ਰਿਕਾਰਡ ਹੈ। ਇੰਨਾ ਕੰਮ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ 10 ਸਾਲਾਂ 'ਚ ਹੋਇਆ, 2007 ਤੋਂ 17 ਤੱਕ,
ਨਾ ਅੱਗੇ ਕਦੇ ਪਹਿਲਾਂ ਹੋਇਆ। ਮੈਨੂੰ ਮਾਣ ਆਪਣੀ ਟੀਮ ਦੇ ਉੱਤੇ, ਮੈਨੂੰ ਮਾਣ ਆਪਣੇ ਲੋਕਾਂ ਦੇ ਉੱਤੇ। 100 ਕਰੋੜ ਰੁਪਇਆ ਅਸੀਂ ਧਾਂਦਰਾ ਕਲਸਟਰ ਤੇ ਲਾਇਆ, ਜਿਹਦੇ ਵਿੱਚ ਇੱਕ ਖੂਬਸੂਰਤ ਮੈਰਿਜ ਪੈਲੇਸ ਬਣਾਇਆ 5.5 ਕਰੋੜ ਰੁਪਏ ਦੀ ਲਾਗਤ ਨਾਲ, ਸਕਿੱਲ ਸੈਂਟਰ ਬਣਾਇਆ, ਸਟੇਡੀਅਮ ਬਣਾਇਆ ਤੇ ਆਪਣਾ ਲੇਕ ਬਣਾਈ ਹੈ। ਇਹ ਜਿਹੜੇ ਸਾਡੇ 21 ਪਿੰਡ ਨੇ ਇਹਨਾਂ ਵਿੱਚ ਕੰਪਲੀਟ ਸੀਵਰ ਪਾਇਆ। ਤਕਰੀਬਨ 60% ਸਾਡੀਆਂ ਇਸ ਏਰੀਏ ਦੀਆਂ, ਸਪੈਸ਼ਲੀ ਬਾਕੀ ਤਾਂ 90% ਹੋ ਗਿਆ, ਇਸ ਏਰੀਏ ਦੀਆਂ 60 ਤੋਂ 70-75% ਗਲੀਆਂ ਬਣ ਗਈਆਂ। ਗੱਲ ਕੀ ਕਿ ਇਹੋ ਜਿਹੀਆਂ ਸੜਕਾਂ ਬਣਾਤੀਆਂ ਜਿਹੜੀਆਂ ਪਿਛਲੇ 70 ਸਾਲਾਂ 'ਚ ਨਹੀਂ ਸੀ ਬਣੀਆਂ। ਤਕਰੀਬਨ 350 ਕਰੋੜ ਰੁਪਇਆ ਸੜਕਾਂ ਤੇ ਲਾਇਆ। ਇਹ ਰਿਕਾਰਡ ਹੈ। ਜੇ ਮੇਰੇ ਵੀਰ ਨੂੰ, ਕਿਸੇ ਭੈਣ ਨੂੰ ਸਾਡੇ ਇਸ ਡਾਟਾ ਦੇ ਉੱਤੇ ਕੋਈ ਸ਼ੱਕ ਸ਼ੁਬਾ ਹੋਵੇ ਤਾਂ ਉਹ RTI 'ਚ ਇਨਫੋਰਮੇਸ਼ਨ ਲੈ ਸਕਦਾ ਹੈ। ਮੈਂ ਵੈਸੇ ਪਿੰਡਾਂ ਦੇ ਵਿੱਚ ਉਸ ਡਾਟਾ ਦਾ ਪੈਂਫਲੇਟਸ ਵੀ ਅਸੀਂ ਵੰਡਣੇ ਆ ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨੇ ਕੰਮ ਕਰਵਾਏ ਨੇ। ਇੱਕ ਹੋਰ ਮੈਂ ਤੁਹਾਨੂੰ ਬਹੁਤ ਵੱਡੀ ਅਚੀਵਮੈਂਟ ਦੱਸਦਾ। ਇਹ ਤਾਂ ਚਲੋ ਸੜਕਾਂ ਬਣਨੀਆਂ, ਪਿੰਡਾਂ ਦਾ ਵਿਕਾਸ ਹੋਣਾ ਜੀ ਇੱਕ ਨੈਚੁਰਲ ਪ੍ਰੋਸੈਸ ਹੈ ਜੀ, ਪਰ ਹਟ ਕੇ ਕੰਮ ਕੀ ਕੀਤਾ ਗਿੱਲ ਹਲਕੇ 'ਚ? 7 ਸਕੂਲ, 3 ਸਕੂਲ ਅਸੀਂ ਅਪਗ੍ਰੇਡ ਕੀਤੇ ਨੇ ਜਿਹੜੇ ਪਹਿਲਾਂ ਕਦੇ ਵੀ ਨਹੀਂ ਹੋਏ। ਇਹ ਦੱਸਣ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਰਹੇ MLA ਕਿ ਉਹਨਾਂ ਨੇ 10 ਸਾਲਾਂ ਦੇ ਵਿੱਚ 2007 ਤੋਂ 17 ਤੱਕ ਕਿੰਨੇ ਸਕੂਲ ਅਪਗ੍ਰੇਡ ਕਰਾਏ। 3 ਸਕੂਲ ਅਪਗ੍ਰੇਡ ਕੀਤੇ ਹੈ, 4 ਸਕੂਲ ਅਸੀਂ ਸਮਾਰਟ ਸਕੂਲ ਸਮਾਜ ਸੇਵੀ ਜਥੇਬੰਦੀਆਂ ਤੋਂ CSR ਦੇ ਵਿੱਚ ਕਰਵਾਏ ਹੈ। ਮੈਂ ਚਾਹੂੰਗਾ ਕਿ ਤੁਸੀਂ ਕੈਮਰੇ ਲੈ ਕੇ, ਇਹ ਜਿਹੜੇ ਮੈਂ ਤੁਹਾਡੇ ਨਾਲ ਪ੍ਰੋਜੈਕਟਾਂ ਦੀ ਗੱਲ ਕਰਦਾ, ਤੁਸੀਂ ਜਾ ਕੇ ਉੱਥੇ ਲੋਕਾਂ ਦੀ ਰਾਏ ਲਓ। ਇਹ ਪ੍ਰੋਜੈਕਟਸ ਜਿਹੜੇ ਮੈਂ ਤੁਹਾਨੂੰ ਕਹੇ ਆ ਉੱਥੇ ਜਾਓ, ਵੇਖੋ, ਉਹਨਾਂ ਦੀ ਫਿਲਮਿੰਗ ਕਰੋ, ਫਿਰ ਤੁਹਾਨੂੰ ਪਤਾ ਲੱਗੇਗਾ। ਮੈਨੂੰ ਐਜੂਕੇਸ਼ਨ ਦੀ ਮੈਨੂੰ ਗੱਲ ਕਰ ਲੈਣ ਦਿਓ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਇਹਨਾਂ ਦੇ ਨੁਮਾਇੰਦੇ ਨੇ ਜਿਹੜਾ 10 ਸਾਲ ਇੱਥੇ MLA ਰਿਹਾ, ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਇਹਨਾਂ ਨੇ 10 ਸਾਲਾਂ ਦੇ ਵਿੱਚ 10 ਸਾਲਾਂ 'ਚ 5 ਕਰੋੜ 36 ਲੱਖ ਰੁਪਈਆ ਸਕੂਲਾਂ ਤੇ ਖਰਚਿਆ। ਕਾਂਗਰਸ ਸਰਕਾਰ ਨੇ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ 2017 ਤੋਂ ਅੱਜ ਤੱਕ 26 ਕਰੋੜ ਰੁਪਇਆ 5 ਸਾਲਾਂ 'ਚ ਖਰਚਿਆ। 26 ਕਰੋੜ ਰੁਪਇਆ 5 ਸਾਲਾਂ 'ਚ ਅਸੀਂ ਐਜੂਕੇਸ਼ਨ ਤੇ ਲਾਇਆ। 2 ਐਜੂਕੇਸ਼ਨ ਸੈਂਟਰ ਬਣਾਏ ਨੇ। ਮੈਂ ਕੋਈ BA MA ਵਾਲਾ ਕਾਲਜ ਨਹੀਂ ਸੀ ਬਣਾਉਣਾ ਚਾਹੁੰਦਾ, ਮੈਂ ਟੈਕਨੀਕਲ ਕਾਲਜ ਇੱਥੇ ਧਾਂਦਰੇ ਵਿੱਚ ਸਕਿੱਲ ਸੈਂਟਰ ਬਣ ਗਿਆ। ITI ਕਾਲਜ ਹੁਸੈਨਪੁਰਾ ਪਿੰਡ ਦੇ ਵਿੱਚ ਲੈ ਕੇ ਆਏ ਆ। ਉਹਦੀ ਜਿਹੜੀ ਕੰਸਟਰਕਸ਼ਨ ਹੈ ਉਹ ਸਟਾਰਟ ਕਰ ਦਿੱਤੀ ਹੈ। ਉੱਥੇ ਸਮਾਨ ਆਉਣਾ ਸ਼ੁਰੂ ਹੋ ਗਿਆ। ਅੱਜ ਉਹਦੀ ਬਾਉਂਡਰੀ ਵਾਲ ਬਣਨੀ ਸ਼ੁਰੂ ਹੋ ਜਾਣੀ ਹੈ। ਮੈਂ ਵੀ ਉੱਥੇ ਜਾਣਾ। 5 ਕਰੋੜ 36 ਲੱਖ ਅਕਾਲੀ ਦਲ ਨੇ 10 ਸਾਲਾਂ 'ਚ ਲਾਇਆ। ਅਸੀਂ 26 ਕਰੋੜ ਰੁਪਏ ਐਜੂਕੇਸ਼ਨ ਤੇ ਖਰਚੇ। ਪਰ ਇਹ ਇੱਕ ਰਿਕਾਰਡ ਹੈ। ਪਰ ਬੈਸ ਸਾਹਿਬ, ਜੇਕਰ ਤੁਸੀਂ ਕਹਿੰਦੇ ਵੀ ਇੰਨੇ ਵਿਕਾਸ ਕਰਾਣੇ, ਇੰਨੇ ਪ੍ਰੋਜੈਕਟ ਲੈਂਦੇ, ਉਹ ਕੌਣ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ? ਕੱਲ ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਮੀਟਿੰਗ ਹੋਈ, ਉਹ ਕਹਿੰਦੇ ਕਿੰਨੇ ਪਿੰਡਾਂ ਦੇ ਸਰਪੰਚਾਂ ਵੱਲੋਂ? ਕਿੰਨੇ ਸਰਪੰਚ ਸੀ? ਤੁਸੀਂ ਦੱਸੋ, ਤੁਸੀਂ ਜ਼ਿਆਦਾ ਜਾਣਦੇ ਹੋ। ਨਹੀਂ, ਮੈਂ ਤੁਸੀਂ ਕਹਿੰਦਾ ਕਿੰਨੇ ਪਿੰਡਾਂ ਦੇ ਸਰਪੰਚ? ਕੋਈ ਪਿੰਡਾਂ ਦੇ ਸਰਪੰਚ ਵੀ ਸੀ, ਪੰਚ ਵੀ ਸੀ। ਉਹ ਕਿੰਨੇ ਸੀਗੇ ਜੀ? ਕਹਿੰਦੇ ਵੀ ਟਿਕਟ ਕੱਟੀ ਜਾਵੇ ਉਹਨਾਂ ਦੀ ਮੰਗ ਕਰ ਰਹੇ ਨੇ। ਨਹੀਂ, ਚਲੋ ਦੇਖੋ, ਵਿਰੋਧ ਕਰਨਾ ਤਾਂ ਹਰ ਇੱਕ ਬੰਦੇ ਦਾ ਹੱਕ ਬਣਦਾ। ਮੈਂ ਉਹਨਾਂ ਗੱਲਾਂ 'ਚ ਨਹੀਂ ਪੈਂਦਾ। ਮੈਂ ਤਾਂ ਆਪਣੀ ਲਾਈਨ ਵੱਡੀ ਕਰਦਾ ਕਿ ਇੱਕ ਚੁਣੇ ਹੋਏ ਨੁਮਾਇੰਦੇ ਦਾ ਕੀ ਰੋਲ ਹੁੰਦਾ, ਲੋਕਾਂ ਦੇ ਪ੍ਰਤੀ ਉਹਦਾ ਕੀ ਕੰਮ ਹੁੰਦਾ। ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਕਿ ਜੋ ਇੱਕ MLA ਦੀਆਂ ਜ਼ਿੰਮੇਵਾਰੀਆਂ, ਡਿਊਟੀਆਂ ਹੁੰਦੀਆਂ, ਉਹ ਮੈਂ 5 ਸਾਲਾਂ 'ਚ ਬਾਖੂਬੀ ਨਿਭਾਈਆਂ ਨੇ। ਸ਼ਾਇਦ ਤੁਹਾਡੀ ਪਾਰਟੀ ਦੇ ਹੀ ਬੰਦੇ ਨੇ, ਉਹ ਕਹਿੰਦੇ ਵਿਕਾਸ ਹੀ ਨਹੀਂ ਹੋਇਆ ਹਲਕੇ 'ਚ। ਚਲੋ, ਇਹ ਤਾਂ ਦੇਖੋ, ਗੱਲ ਕਹਿ ਦੇਣੀ ਬੜੀ ਸੌਖੀ ਹੁੰਦੀ ਹੈ। ਮੈਂ ਇੱਕ ਸਵਾਲ ਖੜਾ ਕਰਦਾ, ਜਿਹੜੇ ਇਹੋ ਜਿਹੇ ਲੋਕ ਗੱਲਾਂ ਕਰਦੇ ਆ, ਤੁਸੀਂ ਉਹਨਾਂ ਨੂੰ ਕਦੇ ਸਵਾਲ ਨਹੀਂ ਕਰਦੇ ਕਿ ਤੁਸੀਂ ਕੀ ਕੀਤਾ? ਤੁਹਾਡੇ 5 ਸਾਲ ਤੁਸੀਂ ਹਲਕੇ ਵਿੱਚ ਕੀ ਕੀਤਾ? ਇਹ ਸਵਾਲ ਤੁਹਾਨੂੰ ਉਹਨਾਂ ਨੂੰ ਵੀ ਕਰਨਾ ਚਾਹੀਦਾ। ਮੈਂ ਤਾਂ ਤੁਹਾਨੂੰ ਡਾਟਾ ਦੱਸਦਾ। ਕੌਣ ਆ ਤੁਹਾਨੂੰ ਕੀ ਲੱਗਦਾ? ਕੌਣ ਕੋਈ ਹੋਰ ਆ ਪਿੱਛੇ ਦੇ ਵਿੱਚ ਬਗਾਵਤ ਕਰਾਉਣ? ਛੱਡੋ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਨਾ ਹੀ ਮੈਂ ਕਦੇ ਇਹੋ ਜਿਹੀਆਂ ਗੱਲਾਂ ਦੀ ਪਰਵਾਹ ਕੀਤੀ ਹੈ। ਮੈਂ ਤਾਂ ਕੰਮ ਵਿੱਚ ਵਿਸ਼ਵਾਸ ਕਰਦਾ। ਤੁਸੀਂ ਆਪਣਾ ਕੰਮ ਵੱਲ ਕੇ ਕਰੋ। ਵਿਰੋਧਤਾ ਤਾਂ ਬੜੇ ਲੋਕਾਂ ਦੀ, ਬੜੇ ਬੰਦਿਆਂ ਦੀ ਹੁੰਦੀ ਹੈ, ਹੋਈ ਜਾਣ ਦਿਓ। ਲੇਕਿਨ ਜੋ ਮੈਂ ਕੀਤਾ ਉਹ ਲੋਕਾਂ ਦੇ ਸਾਹਮਣੇ ਹੈ। ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਮੈਂ ਚਾਹੂੰਗਾ ਤੁਸੀਂ ਲੋਕਾਂ ਵਿੱਚ ਜਾਓ, ਉੱਥੇ ਲੋਕਾਂ ਨਾਲ ਗੱਲਬਾਤ ਕਰੋ।
ਵੈਦ ਸਾਹਿਬ 2017 ਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਹੋਇਆ ਸੀ, ਬੇਰੁਜ਼ਗਾਰੀ ਉਹਦੇ ਵਿੱਚ ਸਰਕਾਰ ਪਛੜੀ ਹੈ। ਮੰਨਦੇ ਹੋ ਵੀ ਸਰਕਾਰ ਤੋਂ ਦੇਖੋ ਕੁਤਾਹੀ ਹੋਈ ਨਹੀਂ ਕੋਈ ਜਾਂ ਕੁਤਾਹੀ ਫਿਰ ਵਾਅਦਾ ਵੱਡਾ ਹੋਇਆ? ਮੈਂ ਦੱਸਦਾ ਦੋ ਗੱਲਾਂ ਹੁੰਦੀਆਂ। ਦੇਖੋ ਹਰ ਇੱਕ ਪੋਲੀਟੀਕਲ ਪਾਰਟੀ ਦਾ ਇੱਕ ਮੈਨੀਫੈਸਟੋ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਵੀ ਆਇਆ, ਕਾਂਗਰਸ ਦਾ ਵੀ ਆਇਆ, ਆਮ ਆਦਮੀ ਪਾਰਟੀ ਦਾ ਵੀ ਆ। ਹੁਣ ਤਾਂ ਚਲੋ ਕਿੰਨੀਆਂ ਹੀ ਪਾਰਟੀਆਂ ਹੋ ਗਈਆਂ, ਬੀਜੇਪੀ ਵੀ ਹੋ ਗਈ, ਸੰਯੁਕਤ ਮੋਰਚਾ ਵੀ ਆ ਗਿਆ, ਸਾਰੇ ਆ ਗਏ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇਹੋ ਜਿਹਾ ਮੈਨੀਫੈਸਟੋ ਨਹੀਂ ਦੇਣਾ ਚਾਹੀਦਾ ਜਿਹੜਾ ਆਉਣ ਵਾਲੇ ਸਮੇਂ 'ਚ ਤੁਸੀਂ ਲਾਗੂ ਨਹੀਂ ਕਰ ਸਕਦੇ। ਤੁਸੀਂ ਘਰ ਘਰ ਦੀ ਨੌਕਰੀ ਕੀਤੀ, ਗੱਲ ਕੀਤੀ, ਸਰਕਾਰ ਦੀ ਮਨਸ਼ਾ ਕੋਈ ਗਲਤ ਨਹੀਂ ਸੀ। ਮੈਂ ਅਗਰ ਇਹ ਸਾਰੀਆਂ ਚੀਜ਼ਾਂ ਅਸੈਸ ਕਰਾਂ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹੋ ਜਿਹਾ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਵਾਅਦਾ ਨਹੀਂ ਕਰਨਾ ਚਾਹੀਦਾ ਜਿਹੜਾ ਤੁਸੀਂ ਲੰਬੇ ਸਮੇਂ ਤੱਕ ਉਹ ਪੂਰਾ ਨਾ ਕਰ ਸਕਦੇ ਹੋ। ਤਿੰਨ ਚੀਜ਼ਾਂ ਮੈਂ ਆਪਣੇ ਵੱਲੋਂ ਹੀ ਦੱਸ ਦਿੰਦਾ। ਘਰ ਘਰ ਨੌਕਰੀ ਦੀ ਗੱਲ ਹੋਈ, ਨਸ਼ੇ ਦੀ ਗੱਲ ਹੋਈ, ਚਿੱਟੇ ਦੀ, ਤੇ ਆਪਣਾ ਸਾਡਾ ਇਕਨੋਮਿਕ ਏਜੰਡਾ ਸੀ ਕਾਂਗਰਸ ਦਾ। ਘਰ ਘਰ ਨੌਕਰੀ 'ਚ 16 ਲੱਖ ਨੌਕਰੀਆਂ ਦਿੱਤੀਆਂ, ਲੇਕਿਨ ਉਹਦੇ 'ਤੇ ਸਰਕਾਰ ਪਛੜੀ। ਮਨਸ਼ਾ ਨਹੀਂ ਸੀ ਖਰਾਬ ਕਿ ਕੋਈ ਸਰਕਾਰ ਇਹ ਕੰਮ ਨਹੀਂ ਸੀ ਕਰ। ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜੇ ਪਰਿਵਾਰ ਨੇ, ਸਾਡੇ ਜਿਹੜੇ ਬੱਚੇ ਆ, ਉਹ ਬਹੁਤ ਖੁਸ਼ਹਾਲ ਹੋਣ। ਨਸ਼ੇ ਦੇ ਉੱਤੇ ਸਰਕਾਰ ਨੇ ਜੋ ਮਰਜ਼ੀ ਲੋਕ ਐਲੀਗੇਸ਼ਨ ਲਾਈ ਜਾਣ, ਨਸ਼ੇ ਦੇ ਉੱਤੇ 2017 ਤੋਂ ਲੈ ਕੇ ਅੱਜ ਤੱਕ ਚਿੱਟੇ ਦੇ ਉੱਤੇ ਬਹੁਤ ਕੰਮ ਹੋਇਆ। ਅੱਜ ਮੈਂ ਦਾਅਵੇ ਨਾਲ ਪਹਿਲਾਂ ਵੀ ਹਰ ਟੈਲੀਵਿਜ਼ਨ ਚੈਨਲ 'ਤੇ ਕਿਹਾ ਕਿ 95, 97, 98% ਚਿੱਟਾ ਜਿਹੜਾ ਆ ਉਹਦੇ 'ਤੇ ਸਰਕਾਰ ਨੇ ਕੰਟਰੋਲ ਕੀਤਾ ਆ। ਪਰ ਜਿਹੜਾ ਰੋਜ਼ ਫੜਿਆ ਜਾ ਰਿਹਾ ਕਿੱਥੋਂ ਆ ਰਿਹਾ? ਨਹੀਂ, ਇਹ ਤਾਂ ਤੁਹਾਡੇ ਸਾਹਮਣੇ ਹੈ ਯਾਰ। ਇਹ ਤਾਂ ਦੇਖੋ, ਜਿਹੜਿਆ ਹੁਣ ਬਾਰਡਰ ਦੇ ਉੱਤੋਂ ਇੰਨਾ ਨਸ਼ਾ ਫੜਿਆ ਜਾਂਦਾ, ਉਹ ਤਾਂ ਕੰਟਰੀਜ਼ ਲੱਗੇ ਹੋਏ ਨੇ। ਸਿੰਥੈਟਿਕ ਡਰੱਗਸ ਇੱਥੇ ਆਪਣੇ ਬਣਦੀ ਰਹੀ ਹੈ। ਆ ਬੱਦੀ ਦੇ ਵਿੱਚ ਫੈਕਟਰੀਆਂ ਫੜੀਆਂ ਨੇ, ਉਹ ਕਿਹਨੇ ਫੈਕਟਰੀਆਂ ਫੜੀਆਂ? ਸਾਡੀ ਸਰਕਾਰ ਨੇ ਫੈਕਟਰੀਆਂ ਫੜੀਆਂ ਨੇ। ਆ ਜਿਹੜੀ ਦੂਜਾ ਡਰੱਗਸ ਆ, ਜਿਹੜੀਆਂ ਤੁਹਾਡੀ ISI ਆ ਜਾਂ ਦੂਜੇ ਬੰਦੇ ਨੇ, ਤੁਸੀਂ ਦੇਖੋ ਕੈਨੇਡਾ ਤੋਂ ਕਿੱਥੋਂ ਨਸ਼ਾ ਚੱਲਦਾ। ਇਹ ਚੀਜ਼ਾਂ ਹੈਗੀਆਂ ਨੇ, ਲੇਕਿਨ ਕੰਟਰੋਲ ਵੀ ਤਾਂ ਕੀਤਾ ਨਾ, ਖੁੱਲ੍ਹਾ ਤਾਂ ਨਹੀਂ ਛੱਡਿਆ। ਜਾਂ ਤੁਸੀਂ ਇਹ ਕਹੋ ਬਈ ਜੀ ਸਰਕਾਰ ਨੇ ਨਸ਼ਾ ਫੜਿਆ ਨਹੀਂ, ਜਿਹੜੀ ਸਾਡੀ STF ਹੈ ਉਹਨੇ ਇੰਨੀ ਕੁ ਮਿਹਨਤ ਕੀਤੀ ਹੈ ਨਸ਼ੇ ਦੇ ਉੱਤੇ ਕੰਟਰੋਲ ਕੀਤਾ। ਪਰ ਵਿਰੋਧੀ ਦਾ ਇਲਜ਼ਾਮ ਲਾਉਂਦੇ ਕਿ ਚਾਡੇ ਸਾਰ ਚੱਲਦਾ ਸਰਕਾਰ ਨਿਕਲੀ ਨਹੀਂ ਬਾਹਰ, ਪਹਿਲਾਂ 'ਚ ਬੈਠੀ ਰਹੀ ਹੈ। ਵਿਰੋਧੀਆਂ ਦਾ ਤਾਂ ਕੰਮ ਜਿਹੜਾ ਹੁੰਦਾ, ਅਕਾਲੀ ਦਲ ਮੈਂ ਦੱਸਦਾ, ਵਿਰੋਧੀਆਂ ਦਾ ਤਾਂ ਕੰਮ ਸਿਰਫ ਵਿਰੋਧ ਕਰਨਾ। ਜੇ ਤੁਸੀਂ ਮੈਨੂੰ ਕਦੇ ਟੈਲੀਵਿਜ਼ਨ ਚੈਨਲ 'ਤੇ ਮੇਰੀ ਡਿਬੇਟ ਵੇਖੋਗੇ, ਮੈਂ ਕਦੇ ਲਿਸਟ ਨਹੀਂ ਬਣਾ ਕੇ ਲੈ ਕੇ ਆਉਂਦਾ ਕੇਜਰੀਵਾਲ ਦੀ, ਆਹ ਨਹੀਂ ਕੀਤਾ, 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 ਆਹ ਨਹੀਂ ਕੀਤਾ। ਮੈਂ ਇਹ ਕਹਿਣਾ ਹੁੰਦਾ ਕਿ ਦਿੱਲੀ 'ਚ ਬਿਲਕੁਲ ਨਾ ਇਹ ਕਹੋ ਕਿ ਕੇਜਰੀਵਾਲ ਨੇ ਕੋਈ ਕੰਮ ਨਹੀਂ ਕੀਤਾ, ਬਟ ਪੰਜਾਬ ਮਾਡਲ ਦਿੱਲੀ ਮਾਡਲ ਦੇ ਨਾਲੋਂ ਲੱਖ ਦਰਜੇ ਚੰਗਾ। ਕੱਲ੍ਹ ਯੈਸਟਰਡੇ satyahindy.com 'ਤੇ ਡਿਬੇਟ ਸੀ, ਉਹਦੇ ਵਿੱਚ ਜਿੰਨੇ ਇੰਡੀਆ ਦੇ ਵੱਡੇ ਜਰਨਲਿਸਟ ਸੀ, ਉਹਨਾਂ ਨੇ ਦਾਅਵਾ ਕੀਤਾ ਆ ਕਿ ਪੰਜਾਬ ਸਟੇਟ ਦਿੱਲੀ ਨਾਲੋਂ, ਜੇ ਆਪਾਂ ਇਕਨੋਮਿਕਲੀ ਵੀ ਕਰਨ ਲੱਗ ਜਾਈਏ ਤਾਂ ਦਿੱਲੀ ਨਾਲੋਂ ਤਾਂ ਸਾਡੀ ਸਟੇਟ ਮੱਚ ਬੈਟਰ ਹੈ। ਪਰ ਕੇਜਰੀਵਾਲ ਸਾਹਿਬ ਪੰਜਾਬ ਮਾਡਲ ਲੈ ਕੇ ਆ ਰਹੇ ਨੇ, ਪੰਜਾਬ ਦਿੱਲੀ ਤੋਂ ਤਿਆਰ ਕਰਾ ਕੇ। ਜਿਸ ਪੋਲੀਟੀਕਲ ਪਾਰਟੀ ਦੇ, ਕੇਜਰੀਵਾਲ ਦੇ 20 MLA ਜਿੱਤੇ ਹੋਣ, ਇਹ ਮੈਂ ਪੰਜਾਬ ਦੇ ਲੋਕਾਂ ਨੂੰ ਬਤਾ ਜੀ, ਗਰਮ ਪਾਣੀ, ਜਿਹਦੇ 20 MLA ਜਿੱਤੇ ਹੋਣ 17 'ਚ, ਇਹ ਗੱਲ ਮੇਰੇ ਪੰਜਾਬ ਦੇ ਲੋਕਾਂ ਨੂੰ ਮੈਂ ਬਹੁਤ ਪਹਿਲਾਂ ਵੀ ਦੱਸ ਚੁੱਕਿਆ। 12 MLA ਸਿਟਿੰਗ MLA ਉਸ ਪੋਲੀਟੀਕਲ ਪਾਰਟੀ ਨੂੰ, ਕੇਜਰੀਵਾਲ ਨੂੰ ਛੱਡ ਕੇ ਚਲੇ ਜਾਣ, ਤੇ ਕੇਜਰੀਵਾਲ ਜਿਹੜੀਆਂ ਗਰੰਟੀਆਂ ਦਿੰਦਾ ਫਿਰਦਾ, ਉਹ ਕਾਹਦੀ ਗਰੰਟੀ ਹੈ? ਵੈਦ ਸਾਹਿਬ MLA ਸੁਣ ਲਓ, ਫੈਕਟਸ ਤੋਂ ਦੂਰ ਨਹੀਂ ਜਾਣਾ ਚਾਹੀਦਾ। 2017 'ਚ 20 ਇਹਨਾਂ ਦੇ MLA ਚੁਣੇ ਗਏ, ਮੈਂ ਵਿਧਾਨ ਸਭਾ 'ਚ ਉਹਨਾਂ ਦੇ ਨਾਲ ਹੀ ਬੈਠਦਾ ਰਿਹਾ। ਇਹ ਕਹਿੰਦੇ ਸੁਣੇ ਗਏ MLA ਆਮ ਆਦਮੀ ਪਾਰਟੀ ਦੇ ਕਿ ਯਾਰ ਜੀ ਕਰਦਾ ਕੱਪੜੇ ਫਾੜ ਕੇ ਅਸੀਂ ਨਾ ਇਸ ਪਾਰਟੀ 'ਚੋਂ ਬਾਹਰ ਭੱਜ ਜਾਈਏ। ਕੱਲ੍ਹ ਵੀ 2 MLA ਨਾਲ ਮੇਰੀ ਗੱਲ ਹੋ ਰਹੀ, ਐਂਡ ਉਹ ਚਲੇ ਗਏ। 12 'ਚੋਂ 11 ਸਾਡੇ ਵਿੱਚ ਸ਼ਾਮਲ ਹੋ ਗਏ। ਉਹ ਪੋਲੀਟੀਕਲ ਪਾਰਟੀ ਜਿਹੜੀ ਗਰੰਟੀਆਂ ਦਿੰਦੀ ਫਿਰ ਕੇਜਰੀਵਾਲ ਦੀ, ਉਹ ਕੇਜਰੀਵਾਲ ਦੀ ਤਾਂ ਆਪਣੀ ਕੋਈ ਗਰੰਟੀ ਨਹੀਂ। 12 MLA ਛੱਡ ਗਏ, ਛੋਟੇ ਚੋਂ ਭੱਜਣ ਨੂੰ ਤਿਆਰ ਬੈਠੇ ਨੇ। ਫਿਰ ਮੈਂ ਬਿਲਕੁਲ ਕਹਿਣਾ, ਮੈਂ ਉੱਥੇ ਆਉਣਾ, ਕਈ ਗੱਲਾਂ ਹੋਈਆਂ, ਲੇਕਿਨ ਆਪਾਂ ਅੱਜ ਕੇਜਰੀਵਾਲ ਦੀ ਗੱਲ ਕਰਦੇ ਹਾਂ। 12 ਛੱਡ ਕੇ ਚਲੇ ਗਏ। 2017 ਤੋਂ ਬਾਅਦ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ। ਮੈਨੂੰ ਦੱਸ ਦਿਓ ਕਿਹੜਾ ਪੰਜਾਬ ਦੇ ਵਿੱਚ ਕੇਜਰੀਵਾਲ ਦਾ ਸਰਪੰਚ ਬਣਿਆ? ਸਾਰੀਆਂ ਇਲੈਕਸ਼ਨਾਂ ਇਹ ਹਾਰੇ। ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ,
ਸਾਰੇ ਮੈਂਬਰਾਂ ਦੀ ਇਹਨਾਂ ਦੇ ਜਿੰਨੇ ਇਹਨਾਂ ਨੇ ਖੜਾਏ ਸੀ ਸਾਰਿਆਂ ਦੀ ਜ਼ਮਾਨਤ ਜ਼ਬਤ ਹੋਈ। ਪਾਰਲੀਮੈਂਟ ਦੀਆਂ ਚੋਣਾਂ ਆਈਆਂ, ਉਹਦੇ ਵਿੱਚ ਸਿਵਾਏ ਸਰਦਾਰ ਭਗਵੰਤ ਸਿੰਘ ਮਾਨ ਤੋਂ 12 ਦੇ 12 ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਕੈਂਡੀਡੇਟਸ ਦੀ ਜ਼ਮਾਨਤ ਜ਼ਬਤ ਹੋ ਗਈ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ, 4 ਬਾਈ ਇਲੈਕਸ਼ਨ ਆਈਆਂ, ਉਹਦੇ ਵਿੱਚ ਇਹਨਾਂ ਦੇ ਕੈਂਡੀਡੇਟ 4 ਦੀ ਜ਼ਮਾਨਤ ਜ਼ਬਤ ਹੋ ਗਈ। ਮਿਊਨਿਸਪਲ ਇਲੈਕਸ਼ਨ ਆਈਆਂ, ਮਿਊਨਿਸਪਲ ਇਲੈਕਸ਼ਨ 'ਚ ਇਹਨਾਂ ਦੇ ਕੈਂਡੀਡੇਟ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹੋਰ ਫਤਵਾ ਕੀ ਚਾਹੀਦਾ? ਉਹ ਤਾਂ ਕਹਿੰਦੇ ਚੰਡੀਗੜ੍ਹ 'ਚ ਅਸੀਂ ਟ੍ਰੇਲਰ ਦਿਖਾਇਆ ਪੰਜਾਬ ਕਾਹਦਾ ਟ੍ਰੇਲਰ ਤਾਂ ਪੰਜਾਬ ਨੇ 5 ਸਾਲ ਦਿਖਾਇਆ ਇਹਨਾਂ ਨੂੰ। ਮੇਰੀ ਗੱਲ ਧਿਆਨ ਨਾਲ ਸੁਣਾ, ਤੁਹਾਨੂੰ ਜਿਹੜੀ ਮੈਂ ਗੱਲ ਦੱਸ ਕੇ ਹਟਿਆ, ਤੁਹਾਡੇ ਕੋਲ ਡਾਟਾ ਕੱਢੋ ਤਾਂ ਅਸੀਂ ਇਹਨਾਂ ਦਾ ਕੈਂਡੀਡੇਟ ਜਿੱਤਿਆ ਕਿਹੜਾ, ਦੱਸੋ ਨਾ ਇਹਨਾਂ ਦਾ ਕੈਂਡੀਡੇਟ ਜਿੱਤਿਆ ਕਿਹੜਾ, ਟ੍ਰੇਲਰ ਕਿਹੜਾ ਵਿਖਾਇਆ ਇਹਨਾਂ ਨੇ? ਅਸੀਂ ਇਹਨਾਂ ਨੂੰ ਪਿਕਚਰ ਪੂਰੀ ਦਿਖਾਈ ਹੈ ਹੁਣ ਤੱਕ। ਇਹਨਾਂ ਨੂੰ ਪਿਕਚਰ ਕੀ 5 ਪਿਕਚਰਾਂ ਦਿਖਾਤੀਆਂ ਹਰ ਸਾਲ। ਆ ਜਿੰਨੀਆਂ ਮੈਂ ਇਲੈਕਸ਼ਨਾਂ ਗਣਾਈਆਂ, ਦੱਸੋ ਇਹਨਾਂ ਦੇ ਕੈਂਡੀਡੇਟ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ? ਵੈਸੇ ਬਗਾਵਤ ਤਾਂ ਕਾਂਗਰਸ 'ਚ ਵੀ ਬਹੁਤ ਆ, ਕਾਂਗਰਸ ਹੁੰਦੀ ਹੈ। ਦੇ ਵਿਧਾਇਕ ਨੇ ਛੱਡ ਕੇ ਚਲੇ ਗਏ। ਮੈਂ ਕਹਿੰਦਾ ਗੜਸ਼ੰਕਰ 'ਚ ਬਗਾਵਤ ਤੁਹਾਡੇ ਹੈਗੀ ਆ, ਬਿਲਕੁਲ ਬਿਲਕੁਲ ਹਰ ਇੱਕ ਪੋਲੀਟੀਕਲ ਪਾਰਟੀ ਦੀ ਹੁੰਦੀ ਹੈ, ਪਰ ਕੇਜਰੀਵਾਲ ਦੀ ਗਰੰਟੀ ਕਿੱਥੇ ਗਈ? ਇਹ ਕਹਿੰਦਾ ਜੀ ਦਿੱਲੀ ਮਾਡਲ। ਹੁਣ ਦਿੱਲੀ ਮਾਡਲ ਦੀ ਗੱਲ ਸੁਣ ਲਓ। ਦੰਗੇ ਹੋਏ ਪਿਛਲੀ ਜਨਵਰੀ 'ਚ ਹੋਏ, ਕਿੰਨੇ ਬੰਦੇ ਮਰੇ? NRC ਦੀ ਜਿਹੜੀ ਚੱਲ ਰਹੀ ਕਿੰਨੇ ਬੰਦੇ ਮਰੇ? 65 ਬੰਦੇ ਮਰੇ। ਜਵਾਹਰ ਲਾਲ ਯੂਨੀਵਰਸਿਟੀ 'ਚ ਗੜਬੜ ਹੋਈ, ਬਿਲਕੁਲ ਹੋਈ। ਦਿੱਲੀ ਯੂਨੀਵਰਸਿਟੀ 'ਚ ਗੜਬੜ ਹੋਈ। ਕੇਜਰੀਵਾਲ ਦਾ ਬਿਆਨ ਕਿੱਥੇ ਆਇਆ? ਚੀਫ ਮਿਨਿਸਟਰ ਸੀ। ਹੋਰ ਆ ਜਾਓ, ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ। ਪਰ ਇੱਕ ਮਿੰਟ ਸੁਣ ਲਓ ਨਾ, ਜਦੋਂ ਗੱਲ ਚਲਾਉਣੀ ਹੋ ਤਾਂ ਫਿਰ ਸੁਣਨੀ ਵੀ ਚਾਹੀਦੀ ਹੈ। ਇਹ ਪਾਰਟੀ ਕਹਿੰਦੀ ਹੈ ਕਿਸਾਨਾਂ ਦੇ ਅਸੀਂ ਬੜੇ ਹਮਾਇਤੀ ਹਾਂ। ਕੇਜਰੀਵਾਲ ਦਾ ਆ ਜਿਹੜਾ 700 ਸਾਡਾ ਪਰਿਵਾਰ ਮਰ ਗਿਆ, ਬੰਦੇ ਮਰ ਗਏ ਸਾਡੇ, ਇਹਨੇ ਕੀ ਬਿਆਨ ਦਿੱਤਾ? ਕਦੇ ਸੁਣਿਆ ਕੇਜਰੀਵਾਲ ਦਾ ਬਿਆਨ? ਅੱਗੇ ਚੱਲਦੇ ਆਪਾਂ। 26 ਜਨਵਰੀ ਤੇ 29 ਜਨਵਰੀ ਦੀ ਘਟਨਾ ਹੋਈ, ਤੁਹਾਡੇ ਸਾਰਿਆਂ ਦੇ ਸਾਹਮਣੇ ਜੋ ਕੁਛ ਹੋਇਆ ਸਾਫ਼ ਆ। ਗੋਦੀ ਮੀਡੀਆ ਨੂੰ ਛੱਡ ਦਿਓ, ਹਿੰਦੁਸਤਾਨ ਦੇ ਨੂੰ। ਸਾਡੇ ਮੁੰਡਿਆਂ ਨੂੰ ਨਜਾਇਜ਼ ਪਰਚੇ ਪਾਏ ਗਏ। ਕੇਜਰੀਵਾਲ ਦਾ ਕੋਈ ਬਿਆਨ ਆਇਆ? ਪੰਜਾਬ ਦੇ ਆ ਜਿਹੜੇ ਲੀਡਰ ਤੁਰੇ ਫਿਰਦੇ ਨੇ ਇਹਨਾਂ ਦਾ ਕੋਈ ਬਿਆਨ ਆਇਆ? ਉਹ ਕਮੇਟੀ ਬਣੀ ਇੱਕ। ਤੁਸੀਂ ਨੇ ਵੀ 2017 'ਚ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ, ਪੂਰਨ ਕਰਜ਼ਾ ਮਾਫ, ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਦੇਖੋ ਉਹਦੇ ਵਿੱਚ ਇਹ ਗੱਲ ਬਿਲਕੁਲ ਗਲਤ ਹੈ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਚਾਹੇ ਸਰਕਾਰੀ ਹੋਵੇ ਚਾਹੇ ਕੋਈ ਵੀ ਕਰਜ਼ਾ ਹੋਵੇ। ਕਿਸਾਨੀ ਦਾ ਕਰਜ਼ਾ ਕਿਹਾ ਗਿਆ ਸੀ, ਫਸਲਾਂ ਦਾ। ਹਾਂ ਬਿਲਕੁਲ, ਇਹਦੇ ਵਿੱਚ ਫਰਕ ਹੈ। ਜੇ ਕਿਸੇ ਨੇ ਕੋਈ ਘਰ ਵਾਸਤੇ ਕਰਜ਼ਾ ਲਿਆ, ਪਰ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅੱਜ ਵੀ ਪਏ ਨੇ। ਨਹੀਂ ਮੈਂ ਇੱਕ ਵਾਰੀ ਬਿਆਨ ਨਹੀਂ ਸੁਣਾ ਦਿੰਦੇ ਆਪਾਂ ਤੁਹਾਨੂੰ। ਨਹੀਂ ਬਿਲਕੁਲ ਸੁਣਾਓ। ਮੈਂ 50 ਵਾਰੀ ਪੜ੍ਹੇ ਦੇਖੇ ਨੇ ਬਿਆਨ। ਉਹਨਾਂ ਨੇ ਕਿਹਾ ਵੀ ਪੂਰਨ ਕਰਜ਼ਾ ਮਾਫ ਹੋਵੇਗਾ। ਨਹੀਂ, ਪੂਰਨ ਕਰਜ਼ਾ ਮਾਫ ਫਸਲਾਂ ਦਾ ਚਾਹੇ ਸਰਕਾਰੀ ਹੋਵੇ ਚਾਹੇ ਗੈਰ ਸਰਕਾਰੀ। ਨੋ ਮੈਨੀਫੈਸਟੋ ਦੇ ਵਿੱਚ ਉਹ ਚੀਜ਼ ਹੈਗੀ ਆ। ਮੈਂ ਮੈਨੀਫੈਸਟੋ ਬਹੁਤ ਵਾਰੀ ਪੜ੍ਹਿਆ ਹੈ। ਮੈਨੀਫੈਸਟੋ ਤੇ ਆਪਾਂ ਗੱਲ ਕਰ ਲੈਂਦੇ ਹਾਂ। ਉਹਦੇ ਵਿੱਚ ਕਿਤੇ ਪੂਰਨ ਕਰਜ਼ਾ ਮਾਫੀ ਦੀ ਗੱਲ ਕੀਤੀ ਗਈ ਸੀ। ਪੂਰਨ ਕਰਜ਼ਾ ਮਾਫੀ ਇਹ ਥੋੜੀ ਕਿਸੇ ਨੇ ਆਪਣੇ ਘਰ ਬਣਾਉਣ ਵਾਸਤੇ ਕਰਜ਼ਾ ਲੈ ਲਿਆ, ਕਿਸੇ ਨੇ ਮੋਟਰਸਾਈਕਲ ਵਾਸਤੇ ਲੈ ਲਿਆ, ਕਿਸੇ ਨੇ ਕੁਝ ਹੋਰ ਕਰ ਲਿਆ। ਐਗਰੀਕਲਚਰ ਦਾ ਸੀਗਾ, ਉਹ ਖੇਤੀ ਦਾ। ਇਹ ਲੋਕਾਂ ਨੇ ਸਾਡੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨੂੰ ਗਲਤ ਪਾਸੇ ਨੂੰ। ਐਗਰੀਕਲਚਰ ਦਾ ਮਾਫ ਹੋ ਗਿਆ ਸਾਰੇ ਕਿਸਾਨਾਂ ਦਾ? ਦੇਖੋ ਬਹੁਤ ਵੱਡੀ ਅਮਾਊਂਟ ਸੀ, 2-2 ਲੱਖ ਰੁਪਈਆ ਇੱਕ ਕਿਸਾਨ ਦਾ ਮਾਫ ਕਰਨਾ ਕੋਈ ਛੋਟੀ ਜੀ ਗੱਲ ਨਹੀਂ। 6300 ਕਰੋੜ ਰੁਪਈਆ ਮਾਫ ਕੀਤਾ ਤਕਰੀਬਨ। ਜੇ ਆਪਾਂ ਟੋਟਲ ਸਾਰਾ ਸਾਡਾ ਐਸਸੀ ਭਾਈਚਾਰੇ ਦਾ ਪਾ ਲਈਏ, ਸਾਰਾ ਪਾ ਲਈਏ ਤਾਂ ਇਹ ਤਕਰੀਬਨ 72-7300 ਕਰੋੜ ਰੁਪਈਆ ਕਰਜ਼ਾ ਮਾਫ ਹੋ ਜਾਂਦਾ। ਪੰਜਾਬ ਵਰਗੀ ਸਟੇਟ ਦੇ ਵਿੱਚ ਨਾਲ ਇਹ ਵੀ ਗੱਲ ਕਹੀ ਗਈ ਜਦੋਂ ਸਰਕਾਰ ਬਣੀ ਵੀ ਜਿੱਦਾਂ ਬਜਟ ਆਉਂਦਾ ਜਾਏਗਾ ਉੱਦਾਂ ਅਸੀਂ ਮਾਫੀ ਕਰ ਦਿਆਂਗੇ। ਜੇ ਆਪਾਂ ਕਹੀਏ ਕਿ 90,000 ਕਰੋੜ ਰੁਪਈਆ ਜਾਂ 80,000 ਕਰੋੜ ਰੁਪਈਆ 1 ਲੱਖ ਤਾਂ ਕੋਈ ਵੀ ਨਹੀਂ ਮਾਫ ਕਰ ਸਕਦਾ, ਸਿਵਾਏ ਬੀਜੇਪੀ ਸਰਕਾਰ ਤੋਂ। ਸੈਂਟਰ ਸਰਕਾਰ ਕਰ ਸਕਦੀ। ਬੀਜੇਪੀ ਕਰ ਸਕਦੀ ਹੈ? 100% ਕਰ ਸਕਦੀ ਹੈ ਬੀਜੇਪੀ। ਦੇਖ ਸਮਝੇ ਨਹੀਂ, ਮੈਂ ਸੈਂਟਰ ਸਰਕਾਰ ਦੀ ਗੱਲ ਕਰਦਾ। ਬੀਜੇਪੀ ਉੱਥੇ ਆ, ਉਹ ਬਹੁਤ ਵੱਡਾ ਹਿੰਦੁਸਤਾਨ ਦਾ ਬਜਟ ਹੈ। ਉਹਨਾਂ ਵਾਸਤੇ 1 ਲੱਖ ਕਰੋੜ ਰੁਪਈਆ ਕੀ ਵੱਡੀ ਗੱਲ ਹੈ? ਜੇ ਮੋਦੀ ਸਾਹਿਬ ਦੀ ਐਡਵਰਟੀਜ਼ਮੈਂਟ ਤੇ 2014 ਤੋਂ ਹੁਣ ਤੱਕ 29,000 ਕਰੋੜ ਰੁਪਇਆ ਖਰਚਿਆ ਜਾ ਸਕਦਾ ਹੈ। 29,000 ਕਰੋੜ ਰੁਪਇਆ। ਇਹ ਮੈਂ ਨਹੀਂ ਕਹਿੰਦਾ, ਆ YouTube ਤੇ ਕੱਢ ਲਓ। ਪੁੰਨਿਆ ਪ੍ਰਸੂਨ ਵਾਜਪਾਈ ਹਿੰਦੁਸਤਾਨ ਦੇ ਵੱਡੇ ਜਰਨਲਿਸਟ ਨੇ, ਉਹਨਾਂ ਨੇ ਸਾਰਾ ਡਾਟਾ ਦਿੱਤਾ। ਤੁਸੀਂ ਦੇਖੋ ਨਾ, ਅੱਜ ਅਸੀਂ ਪਾਰਲੀਮੈਂਟ ਨਵੀਂ ਬਣਾਉਣ ਲੱਗੇ, 20,000 ਕਰੋੜ ਰੁਪਇਆ ਲੱਗਣਾ ਕੀ ਲੋੜ ਸੀ? ਉਹ ਵੈਲਫੇਅਰ ਤੇ ਲੱਗਦਾ। ਇਹ ਗੱਲਾਂ ਤਾਂ ਬਹੁਤ ਵੱਡੀਆਂ ਨੇ, ਲੰਬੀਆਂ ਨੇ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕੇਜਰੀਵਾਲ ਦੀ।
26 ਜਨਵਰੀ ਤੇ 29 ਜਨਵਰੀ ਦੀ ਘਟਨਾ ਅਸੀਂ ਉਹ ਹੁਣ ਪਬਲਿਕ ਡੋਮੇਨ ਤੇ ਵੀ ਸਾਡੀ ਉਹ ਰਿਪੋਰਟ ਆ ਗਈ ਹੈ। ਵਿਧਾਨ ਸਭਾ ਵਾਲੀ ਰਿਪੋਰਟ ਹੈਗੀ ਹੈ ਜੀ। ਅਕਾਲੀ ਦਲ ਤੋਂ 5 ਮੈਂਬਰੀ ਕਮੇਟੀ ਬਣੀ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉੱਥੇ ਰਿਕੁਐਸਟ ਕੀਤੀ ਕਿ ਇਹਦੇ ਤੇ ਫੈਕਟ ਫਾਈਂਡਿੰਗ ਕਮੇਟੀ ਬਣਨੀ ਚਾਹੀਦੀ। 5 ਮੈਂਬਰੀ ਕਮੇਟੀ ਬਣੀ, ਮੈਨੂੰ ਉਹਦਾ ਚੇਅਰਮੈਨ ਬਣਾਇਆ ਗਿਆ। ਮੇਰੇ ਨਾਲ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਕਾਂਗਰਸ ਦੇ, ਸਰਦਾਰ ਕੁਲਬੀਰ ਸਿੰਘ ਜੀਰਾ, ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਕਾਲੀ ਦਲ ਤੋਂ, ਤੇ ਸਾਡੀ ਛੋਟੀ ਭੈਣ ਬੀਬਾ ਸਰਬਜੀਤ ਕੌਰ ਮਾਣੂਕੇ। ਅਸੀਂ ਕੰਮ ਸਟਾਰਟ ਕੀਤਾ। ਹਰ ਥਾਂ ਦੇ ਉੱਤੇ ਮੇਰੀ ਛੋਟੀ ਭੈਣ ਤੇ ਚੰਦੂ ਮਾਜਰਾ ਸਾਹਿਬ ਅਸੀਂ ਜ਼ਿਲ੍ਹਿਆਂ ਵਿੱਚ ਜਾ ਕੇ ਅਸੀਂ ਉਹ ਕਿਸਾਨ ਵੀਰਾਂ ਨੂੰ ਇੰਟਰਵਿਊ ਕੀਤੀ। ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ ਉਹਦੇ ਵਿੱਚ ਕੀ ਤੱਥ ਨਿਕਲ ਕੇ ਆਏ। ਉਹ ਜਿਹੜੇ 86 ਬੰਦੇ ਸਾਡੇ ਟੋਟਲ 160 ਪਿੰਡ ਨੇ, ਹਰਿਆਣੇ ਦੇ ਵੀ ਨੇ, ਟੋਟਲ ਉਹਨਾਂ ਤੇ ਨਜਾਇਜ਼ ਕੇਸ ਦਰਜ ਕੀਤੇ ਗਏ। ਠੀਕ ਹੈ, ਮੈਂ ਚਾਹੂੰਗਾ ਕਿ ਉਹ ਲੋਕ ਉਹ ਬਿਆਨ ਪੜ੍ਹਨ ਸਾਡੇ ਕਿਸਾਨ ਵੀਰਾਂ ਦੇ, ਫਿਰ ਆਮ ਆਦਮੀ ਪਾਰਟੀ ਨੂੰ ਅਸੈਸ ਕਰਨ। ਇਹ ਕਹਿਣਗੇ ਜੇ ਦਿੱਲੀ ਪੁਲਿਸ ਸਾਡੇ ਅੰਡਰ ਨਹੀਂ, ਮੰਨ ਲਿਆ ਦਿੱਲੀ ਪੁਲਿਸ ਇਹਨਾਂ ਦੇ ਅੰਡਰ ਨਹੀਂ ਹੈ, ਜੇਲਾਂ ਤਾਂ ਕੇਜਰੀਵਾਲ ਸਾਹਿਬ ਦੇ ਅੰਡਰ ਨੇ, ਇਹ ਮੰਨਦੇ ਹੋ ਕਿ ਨਹੀਂ ਮੰਨਦੇ? ਤੁਸੀਂ ਦੱਸੋ। ਉਹਦਾ ਕਹਿੰਦੇ ਜਦੋਂ ਅਸੀਂ ਓਪਨ ਜੇਲ੍ਹ ਸਾਤੋਂ ਮੰਗੀ ਸੀ, ਉਹ ਸਟੇਡੀਅਮ ਵਿੱਚ ਤਾਂ ਨਾ ਕਰਤੀ ਸੀ ਉਦੋਂ। ਉਹ ਯਾਰ ਅਗਲੀ ਗੱਲ ਤੇ ਆਓ, ਉਹ ਓਪਨ ਜੇਲ੍ਹ ਕਿਹੜੀ ਜੇਲ੍ਹ ਸੀਗੀ, ਅਸੀਂ ਨਾ ਕਰ ਦਿੱਤੀ ਸੀ। ਤੁਸੀਂ ਫੈਕਟਸ ਵੱਲ ਨਹੀਂ ਤੁਰਦੇ, ਜੋ ਪ੍ਰਤੱਖ ਨੂੰ ਪ੍ਰਮਾਣ ਦੀ ਕੀ। ਤੁਸੀਂ ਬਿਆਨ ਪੜ੍ਹੋ, ਸਾਡੇ ਕਿਸਾਨ ਵੀਰਾਂ ਦੇ ਵੀਡੀਓ ਰਿਕਾਰਡਿੰਗ ਹੈ, ਸਾਡਾ ਐਮਐਲਏ, ਸਾਡੀ ਛੋਟੀ ਭੈਣ ਉਹਦੇ ਵਿੱਚ ਬੈਠੀ ਹੈ। ਮੇਰੀ ਪੂਰੀ ਗੱਲ ਸੁਣੋ। ਨਜਾਇਜ਼ ਉਹ ਫੜੇ ਗਏ ਸਾਡੇ ਬੰਦੇ, ਉਹਨਾਂ ਨੂੰ ਥਾਣਿਆਂ 'ਚ ਕੁੱਟਿਆ ਗਿਆ, ਮਾਰਿਆ ਗਿਆ। ਡਾਕਟਰਾਂ ਨੇ ਕੋਈ ਮੈਡੀਕਲ ਰਿਪੋਰਟ ਨਹੀਂ ਕੀਤੀ ਕਿਸੇ ਸਾਡੇ ਕਿਸਾਨ। ਜੇਲ੍ਹਾਂ 'ਚ ਲੈ ਗਏ, ਜੇਲ੍ਹਾਂ 'ਚ ਜਾ ਕੇ ਗੰਦੀ ਮੰਦੀ ਭਾਸ਼ਾ ਵਰਤੀ ਗਈ, ਆਪਣੇ ਕਿਸਾਨ ਵੀਰਾਂ ਨੂੰ ਕੁੱਟਿਆ ਗਿਆ ਉੱਥੇ ਜੇਲ੍ਹ 'ਚ। ਤਿਹਾੜ ਜੇਲ੍ਹ ਦੀ ਗੱਲ ਕਰ ਰਿਹਾ। ਬਿਲਕੁਲ। ਉਸ ਤੋਂ ਬਾਅਦ ਉਹਨਾਂ ਨੂੰ ਸੈੱਲਾਂ 'ਚ ਰੱਖਿਆ ਗਿਆ, ਚੱਕੀਆਂ 'ਚ ਰੱਖਿਆ ਗਿਆ। ਕਿੰਨੀ ਦੇਰ? 30 ਤੋਂ 35 ਦਿਨ। ਟਾਇਲਟ ਸਾਫ਼ ਕਰਾਈਆਂ ਗਈਆਂ। ਜ਼ਮਾਨਤ ਲਈ ਜਿਹੜੇ ਵਕੀਲ ਪੇਸ਼ ਹੋਏ, ਸਰਕਾਰੀ ਵਕੀਲ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ, ਉਹਨਾਂ ਨੇ ਸਾਡੇ ਕਿਸਾਨ ਵੀਰਾਂ ਦੀ ਜ਼ਮਾਨਤ ਅਪੋਜ਼ ਕੀਤੀ। ਇਹ ਕਿਹੜੀ ਕਿਸਾਨੀ ਦੀ ਗੱਲ ਕਰਦੇ? ਜਿਹੜੀਆਂ ਗੱਲਾਂ ਮੈਂ ਆਪਣੇ ਲੋਕਾਂ ਨੂੰ ਦੱਸ ਰਿਹਾ, ਇਹ ਮੇਰੀ ਇਕੱਲੀ ਰਿਪੋਰਟ ਨਹੀਂ ਹੈ। ਸਾਡੇ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੂੰ ਫੜਿਆ ਗਿਆ, ਉਹਨਾਂ ਨੇ ਰੋ ਰੋ ਕੇ ਇਹ ਬਿਆਨ ਦਿੱਤੇ ਨੇ। ਇਹਨਾਂ ਦੀਆਂ ਸਾਰੀਆਂ ਵੀਡੀਓ ਰਿਕਾਰਡਿੰਗ ਨੇ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਡੀ ਛੋਟੀ ਭੈਣ ਸਰਬਜੀਤ ਕੌਰ ਮਾਣੂਕੇ ਹਰ ਮੀਟਿੰਗ 'ਚ ਸ਼ਾਮਲ ਸੀ। ਇਹ ਦੇਖ ਲੈਣ ਲੋਕ। ਫਿਰ ਇਹ ਕਿਸਾਨੀ ਦੀ ਗੱਲ ਕਰਦਾ ਕੇਜਰੀਵਾਲ। ਮੈਂ ਚਾਹੁੰਦਾ ਤੁਹਾਡਾ ਚੈਨਲ ਆ ਕਰੋ ਤਾਂ ਸਹੀ ਜਾ ਕੇ ਉਹ 86 ਵੀਰਾਂ ਦੀ ਇੰਟਰਵਿਊ। ਯਾਰ ਸਵਾਦ ਆਊਗਾ ਤੁਹਾਨੂੰ, ਜ਼ਰੂਰ ਕਰਾਂਗੇ। ਤੁਹਾਨੂੰ ਨਹੀਂ, ਤੁਹਾਨੂੰ ਪਤਾ ਲੱਗੂਗਾ ਹੋਇਆ ਕੀ ਹੈ। ਸਵਾਲ ਕਰਨੇ ਬੜੇ ਸੌਖੇ ਆ। ਇਹ ਕਿਸਾਨੀ ਦੇ ਕੋਈ ਫਿਰ ਬਹੁਤ ਇੰਟਰਵਿਊ ਕੀਤੀ ਨੇ। ਮੈਂ 8 ਮਹੀਨੇ ਮੋਰਚੇ ਦੇ ਉੱਥੇ ਹੀ ਰਿਹਾ। ਮੈਂ ਬਹੁਤ ਨਹੀਂ, ਆ ਜਿਹੜੇ ਸਾਡੇ 86 ਕਿਸਾਨ ਵੀਰ, ਇਹਨਾਂ ਦੀ ਕਿਸੇ ਦੀ ਇੰਟਰਵਿਊ ਕੀਤੀ ਹੈ? ਮੈਨੂੰ ਦੱਸੋ ਕਿੱਥੇ ਲਿਸਟ ਦੇ ਦਿਓ। ਆ ਮੇਰੇ ਕੋਲ ਹਾਂ, ਹੁਣੇ ਤੁਹਾਨੂੰ ਦੇ ਦੇਣਾ, ਪਬਲਿਕ ਡੋਮੇਨ ਤੇ ਹੈ ਸਾਰਾ ਕੁਝ, ਵੀਡੀਓ ਰਿਕਾਰਡਿੰਗਸ ਹੈ। ਯਾਰ ਕਰਨਾ ਚਾਹੀਦਾ ਹੈ, ਜ਼ਰੂਰ ਕਰਾਂਗੇ। ਜ਼ਰੂਰ। ਆ ਤੁਸੀਂ ਪੋਲੀਟੀਕਲ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ, ਪਰ ਇਹ ਬਹੁਤ ਇੰਪੋਰਟੈਂਟ ਹੈ। ਜਿਹੜੀ ਕਮੇਟੀ ਸਾਡੀ ਬਣੀ ਸੀ, ਉਹਦੀ ਰਿਪੋਰਟ ਲੈ ਲਓ, ਰਿਪੋਰਟ ਨੂੰ ਪੜ੍ਹੋ, ਉਹਨਾਂ ਲੋਕਾਂ ਦੇ ਨਾਲ ਕੰਟੈਕਟ ਕਰੋ, ਉਹਨਾਂ ਦੀ ਦੇਖੋ ਉਹਨਾਂ ਦੀ ਕੀ ਹਾਲਤ ਹੈ। ਸਰਕਾਰ ਨੇ ਕੀ ਕੀਤਾ ਉਹਨਾਂ ਦੇ ਲਈ? ਕੀ ਕਰ ਕੀਤਾ ਸਰਕਾਰ ਨੇ? ਅਸੀਂ 2 ਲੱਖ ਰੁਪਇਆ ਅਨਾਉਂਸ ਕੀਤਾ। ਕਿਉਂ ਫਸਿਆ 2 ਲੱਖ ਰੁਪਏ? ਟੋਟਲ 1 ਕਰੋੜ 73 ਲੱਖ ਰੁਪਈਆ ਹੈ। ਸਾਡੀ ਸਰਕਾਰ ਨੂੰ 1 ਕਰੋੜ ਤੇ ਉਹ ਬੀਜੇਪੀ ਨੇ ਰੋਕਿਆ ਹੋਇਆ ਕਿ ਜਿੰਨੀ ਦੇਰ ਤੱਕ ਕ੍ਰਿਮੀਨਲ ਕੇਸਿਸ ਨੇ ਉਨੀ ਦੇਰ ਤੱਕ ਇਹਨਾਂ ਨੂੰ ਕੋਈ ਮੁਆਵਜ਼ਾ ਨਾ ਦਿੱਤਾ ਜਾਏ। ਮੈਂ 10 ਦਿਨ ਪਹਿਲਾਂ ਵੀ ਸੰਯੁਕਤ ਮੋਰਚੇ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਵੀ ਐਫਰਟਸ ਕਰੋ, ਸਰਕਾਰ ਵੀ ਕਰ ਰਹੀ ਹੈ ਕਿ ਇਹ ਜਿਹੜੇ ਸਾਡੇ ਭਰਾ ਨਜਾਇਜ਼ ਫੜੇ ਸੀ, ਇਹਨਾਂ ਦੇ ਕੇਸਿਸ ਵਿਡਰਾ। ਜਿੱਦਣ ਕੇਸਿਸ ਵਿਡਰਾ ਹੋ ਗਏ ਉਸ ਦਿਨ ਅਸੀਂ ਇਹ ਪੈਸਾ ਰਿਲੀਜ਼ ਕਰ ਦੇਣਾ। ਬੈਲ ਸਾਹਿਬ, ਇੱਕ ਦਲਿਤ ਬੱਚਿਆਂ ਦੇ ਵਜੀਫੇ ਵਾਲਾ ਦਾ ਮਸਲਾ ਸੀ, ਉਹ ਬੜਾ ਉੱਠਿਆ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਬੜੇ ਵੱਡੇ ਇਲਜ਼ਾਮ ਲੱਗੇ ਵੀ ਉਹਨਾਂ ਨੇ ਘੁਟਾਲਾ ਕੀਤਾ। ਅਕਾਲੀ ਦਲ ਨੇ ਇਲਜ਼ਾਮ ਲਾਏ, ਆਮ ਆਦਮੀ ਪਾਰਟੀ ਪ੍ਰੋਟੈਸਟ ਕਰਦੀ ਰਹੀ। ਉਹਨਾਂ ਨੂੰ ਪਰਿਵਾਰ ਨੇ ਜਿਹੜੇ ਬੱਚੇ ਨੇ ਉਹਨੂੰ ਹੱਕ ਮਿਲ ਗਏ? ਉਹਦੇ ਵਾਸਤੇ ਸਰਕਾਰ ਨੇ ਇੱਕ ਫੰਡ ਕ੍ਰੀਏਟ ਕੀਤਾ। ਅੱਜ ਦੀ ਜਿਹੜੀ ਸਿਚੁਏਸ਼ਨ ਆ ਉਹ ਬਿਲਕੁਲ ਈਜ਼ ਹੋ ਗਈ ਹੈ। ਅਸੀਂ ਲੋਕਾਂ ਨੇ ਉਹ ਸਾਰੇ ਸਿਸਟਮ ਨੂੰ ਫੋਲੋ ਕੀਤਾ, ਉਹ ਕੰਮ ਸ਼ੁਰੂ ਹੋ ਗਿਆ। ਕਦੋਂ ਮਿਲੇਗਾ ਉਹ ਤੱਕ?
ਉਹ ਸਰਕਾਰ ਨੇ ਪੈਸਾ ਰਿਲੀਜ਼ ਕਰ ਦਿੱਤਾ। 5 ਸਾਲ ਦਾ ਜਿਹੜਾ ਸਮਾਂ ਉਹ ਰੌਲੇ 'ਚ ਹੀ ਲੰਘ ਗਿਆ ਵਿੱਚ ਵਿਚਾਲੇ। ਦੇਖੋ ਇਸ ਤਰ੍ਹਾਂ ਨੁਕਸਾਨ ਬੱਚਿਆਂ ਦਾ ਹੋਇਆ, ਗਰੀਬ ਪਰਿਵਾਰਾਂ ਦਾ ਹੋਇਆ। 100% ਸਾਡੇ ਪਰਿਵਾਰਾਂ ਦਾ, ਮੇਰੇ ਬੱਚਿਆਂ ਦਾ ਨੁਕਸਾਨ ਹੋਇਆ। ਬਿਲਕੁਲ ਹੋਇਆ, ਕਿਉਂਕਿ ਤੁਸੀਂ ਉਹਨਾਂ ਦੇ ਨੁਮਾਇੰਦੇ ਹੋ। ਆਪ ਮੈਂ ਰੱਖਦੇ ਤੇ ਵੇਰਕਾ ਸਾਹਿਬ, ਬਾਕੀ ਸਾਡੇ ਜਿੰਨੇ ਐਸਸੀ ਐਮਐਲਏ ਸੀ, ਅਸੀਂ ਸਰਕਾਰ ਦੇ ਨਾਲ ਆਡਾ ਲਾਇਆ। ਸਰਕਾਰ ਨੇ ਉਹ ਗੱਲ ਮੰਨ ਕੇ ਉਹਦੇ ਤੇ ਪ੍ਰੋਸੈਸ ਸਟਾਰਟ ਕਰ ਦਿੱਤਾ। ਜ਼ਿੰਮੇਵਾਰ ਕੌਣ ਸੀ ਇਹਦੇ ਵਿੱਚ ਜਿਹੜੀ ਕੁਤਾਹੀ ਹੋਈ ਹੈ? ਨਹੀਂ, ਜ਼ਿੰਮੇਵਾਰ ਤਾਂ ਸੈਂਟਰ ਸਰਕਾਰ ਹੈ। ਤੁਹਾਨੂੰ ਇਹ ਪਤਾ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ 2016 ਚ ਬੀਜੇਪੀ ਨੇ ਬੰਦ ਕਰ ਦਿੱਤਾ ਸੀ। ਇਹ ਸੈਂਟਰ ਸਪਾਂਸਰਡ ਸਕੀਮ ਸੀ। ਇਹਦੇ ਬਾਰੇ ਵੀ ਤੁਹਾਨੂੰ ਘੋਖ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਤੇ ਬੋਝ ਪਿਆ, ਪੰਜਾਬ ਸਰਕਾਰ ਨੇ ਫਿਰ ਇਹ ਮਸਲੇ ਦਾ ਹੱਲ ਕੀਤਾ, ਜਦ ਕਿ ਇਹ ਪੋਸਟ ਮੈਟ੍ਰਿਕ, ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੀ ਜ਼ਿੰਮੇਵਾਰ ਹੈ। ਇਹ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਵੀ ਉਨਾ ਹੀ ਜ਼ਿੰਮੇਵਾਰ ਹੈ ਜਿੰਨੀ ਬੀਜੇਪੀ ਜ਼ਿੰਮੇਵਾਰ ਹੈ। ਜੇਕਰ ਮੰਤਰੀ ਸੀ ਜਿਹੜੇ ਮੌਜੂਦਾ ਸਾਧੂ ਸਿੰਘ ਧਰਮਸੋਤ, ਜੇਕਰ ਉਹ ਜ਼ਿੰਮੇਵਾਰ ਨਹੀਂ ਸੀ, ਫਿਰ ਉਹਨੂੰ ਕੁਰਸੀ ਤੋਂ ਕਿਉਂ ਉਤਾਰਿਆ ਗਿਆ? ਕੀ ਦੇਖੋ, ਕੁਰਸੀ ਤੋਂ ਉਤਾਰਨ ਦੇ ਬੜੇ ਕਾਰਨ ਹੁੰਦੇ ਆ, ਇਕੱਲਾ ਇਹੀ ਕਾਰਨ ਨਹੀਂ ਸੀ। ਇਹਦੀਆਂ ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੈਂਟਰ ਸਰਕਾਰ ਦੀ ਇੱਕ ਕਮੇਟੀ ਬਣਾਈ ਸੀ ਫੈਕਟ ਫਾਈਂਡਿੰਗ। ਉਹਦੀ ਰਿਪੋਰਟ ਪੜ੍ਹੋ ਕੀ ਹੈ, ਉਹਦੀ ਰਿਪੋਰਟ ਪੜ੍ਹਨੀ ਚਾਹੀਦੀ ਹੈ। ਜਿਹੜੀ ਪੰਜਾਬ ਸਰਕਾਰ ਨੇ ਇਨਕੁਆਇਰੀ ਕੀਤੀ ਚੀਫ ਸੈਕਟਰੀ, ਉਹਦੀ ਰਿਪੋਰਟ ਪੜ੍ਹੋ, ਫਿਰ ਤੁਹਾਨੂੰ ਉਹਦੇ ਫੈਕਟਸ ਕਲੀਅਰ ਹੋ ਜਾਣਗੇ। ਮੁਕਾਬਲਾ ਕਿਸ ਨਾਲ ਮੰਨਦੇ ਹੋ ਹਲਕੇ ਦੇ ਵਿੱਚ? ਮੈਂ ਤਾਂ ਹਰ ਇੱਕ ਨਾਲ ਹੀ ਮੁਕਾਬਲਾ ਜੀ। ਮੇਰਾ ਤਾਂ ਜਿਹੜਾ ਕੋਈ ਇੰਡੀਪੈਂਡੈਂਟ ਵੀ ਲੜੂਗਾ, ਮੇਰਾ ਤਾਂ ਉਹਦੇ ਨਾਲ ਵੀ ਮੁਕਾਬਲਾ ਹੈ। ਮੇਰਾ ਸਾਰਿਆਂ ਨਾਲ ਮੁਕਾਬਲਾ। ਪਹਿਲੀ ਸੂਚੀ 'ਚ ਭਾਂਡੇ ਖੜਕ ਰਹੇ ਨੇ ਚਾਰੇ ਪਾਸੇ, ਬਗਾਵਤੀ ਉਹ ਦੇਖੋ, ਇਹ ਤਾਂ ਕਿਵੇਂ ਸੁਧਾਰੋਂ? ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਬਣਾਉਣੀ ਹੈ ਇੱਕ ਵਾਰ ਫਿਰ ਦੁਬਾਰੇ, ਕਿਵੇਂ ਸੁਧਾਰ? 100% ਕਾਂਗਰਸ ਦੀ ਸਰਕਾਰ ਬਣੂਗੀ। ਸਰਦਾਰ ਚਰਨਜੀਤ ਸਿੰਘ ਚੰਨੀ, ਸਰਦਾਰ ਨਵਜੋਤ ਸਿੰਘ ਸਿੱਧੂ, ਸਾਡੇ ਸੁਨੀਲ ਜਾਖੜ ਜੀ, ਸਾਡੇ ਆਪਣਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਇਹ ਸਾਰੇ ਜਣੇ ਸਾਡੇ ਰਲ ਕੇ, ਸਾਡੇ ਇੱਥੋਂ ਦੇ ਜਿਹੜੇ ਮੌਜੂਦਾ ਐਮਐਲਏ ਨੇ, ਮਿਨਿਸਟਰ ਨੇ, ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ, ਸਰਦਾਰ ਰਵਨੀਤ ਸਿੰਘ ਬਿੱਟੂ ਜੀ, ਰਲ ਕੇ ਸਰਕਾਰ ਬਣਾਵਾਂਗੇ। ਤੁਹਾਡੇ ਲੀਡਰ ਦਾ ਧੜਾ ਬੀਜੇਪੀ 'ਚ ਜਾ ਰਹੇ ਨੇ ਸਾਰੇ, ਜਿਹਨਾਂ ਨੂੰ ਟਿਕਟ ਨਹੀਂ ਮਿਲੀ। ਦੇਖੋ ਇਸ ਤਰ੍ਹਾਂ ਆ, ਜੇ ਆਪਾਂ ਕੰਪੈਰੀਜ਼ਨ ਦੂਜੀਆਂ ਪਾਰਟੀਆਂ ਨਾਲ ਕਰ ਦਈਏ ਤਾਂ ਕਾਂਗਰਸ ਦੇ ਵਿੱਚ ਬਹੁਤ ਘੱਟ ਲੋਕ ਦੂਜੀਆਂ ਪਾਰਟੀਆਂ 'ਚ ਗਏ। ਸ਼੍ਰੋਮਣੀ ਅਕਾਲੀ ਦਲ ਤਾਂ ਖਿਲਰ ਹੀ ਗਿਆ। ਮੈਂ ਕੱਲ੍ਹ ਉਹਦੀ ਲਿਸਟ ਬਣਾਈ ਹੈ। ਆ ਪਿਛਲੇ 2 ਸਾਲਾਂ 'ਚ 26 ਵੱਡੇ ਲੀਡਰ ਉਹਨਾਂ ਦੇ ਚਲੇ ਗਏ। ਆ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੋਇਆ ਤੁਹਾਡੇ ਸਾਹਮਣੇ ਹੈ। ਆਮ ਆਦਮੀ ਪਾਰਟੀ ਦੇ 20 ਚੋਂ 12 ਐਮਐਲਏ ਛੱਡ ਕੇ ਚਲੇ ਗਏ। ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਕੈਪਟਨ ਅਮਰਿੰਦਰ ਸਿੰਘ ਨੂੰ ਕਿਵੇਂ ਦੇਖਦੇ ਹੋ? ਕਹਿੰਦੇ ਗੋਲ ਕਰਨਾ ਬਾਕੀ, ਉਹਨਾਂ ਦਾ ਸਿੰਬਲ ਮਿਲ ਗਿਆ ਹਾਕੀ ਦਾ, ਕਿਉਂਕਿ ਤੁਸੀਂ ਬਹੁਤ ਕਰੀਬੀ ਰਹੇ ਉਹਨਾਂ ਦੇ, ਬਹੁਤ ਤੁਸੀਂ ਉਹਨਾਂ ਦੇ ਹੱਕ 'ਚ ਡਟੇ ਰਹੋ। ਤੁਹਾਡੇ ਬਿਆਨ ਅਕਸਰ ਮੈਂ ਵੀ ਸੁਣਦਾ ਰਿਹਾ। ਜਿਹੜਾ ਪਾਰਟੀ ਦਾ ਸਪੋਕਸਮੈਨ ਹੁੰਦਾ ਨਾ, ਪਾਰਟੀ ਦਾ ਨੁਮਾਇੰਦਾ ਹੁੰਦਾ, ਉਹਨੇ ਆਪਣੀ ਸਰਕਾਰ ਦਾ ਪੱਖ ਰੱਖਣਾ ਹੁੰਦਾ, ਉਹਨੇ ਆਪਣੇ ਚੀਫ ਮਿਨਿਸਟਰ ਦਾ ਪੱਖ ਰੱਖਣਾ ਹੁੰਦਾ। ਸੋ ਮੇਰੀ ਡਿਊਟੀ ਸੀ, ਮੈਂ ਤਨਦੇਹੀ ਨਾਲ ਨਿਭਾਇਆ। ਜਿੱਥੋਂ ਤੱਕ ਮੌਜੂਦਾ ਗੱਲ ਹੈ, ਮੌਜੂਦਾ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਹੈ, ਉਹਨਾਂ ਨੇ ਬੀਜੇਪੀ ਨਾਲ ਭਾਈਵਾਲੀ ਕੀਤੀ ਹੈ, ਉਹਦਾ ਕੋਈ ਵਜੂਦ ਨਹੀਂ। ਲੋਕ ਕਰਨਗੇ ਉਹਨੂੰ ਪਸੰਦ ਕਿ ਨਹੀਂ ਕਰਨਗੇ, ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ। ਮੈਂ ਤਾਂ ਕਹਿੰਦਾ ਉਹਨਾਂ ਦਾ ਕੋਈ ਵਜੂਦ ਨਹੀਂ, ਕੋਈ ਵਜੂਦ ਨਹੀਂ ਉਹਨਾਂ ਦਾ। ਤੁਹਾਡੇ ਸਾਹਮਣੇ ਉਹ ਕਿਹੜੇ ਵਿਧਾਇਕ ਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਹੁੰਦੇ ਸੀ ਵੀ ਮੇਰੇ ਨਾਲ ਵਿਧਾਇਕ ਵੀ ਨੇ, ਮੰਤਰੀ ਵੀ ਨੇ? ਉਹ ਕਿਹੜੇ ਸੀ? ਇਹ ਤਾਂ ਉਹਨਾਂ ਨੂੰ ਪਤਾ ਹੋਊਗਾ। ਹੁਣ ਮੈਨੂੰ ਉਹਨਾਂ ਦੀਆਂ ਗੱਲਾਂ ਦਾ ਕੀ ਪਤਾ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਤਾ ਹੋਏਗਾ। ਕਿਸਾਨਾਂ ਦਾ ਕਿੰਨਾ ਕੁ ਫੈਕਟ ਰਹੇਗਾ, ਅਸਰ ਹੋਏਗਾ ਕੋਈ, ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਲੀਡਰ ਮੈਦਾਨ? ਦੇਖੋ, ਇਹ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਨਾ, ਅੱਜ ਸੰਯੁਕਤ ਮੋਰਚਾ, ਮੈਂ ਵੈਲਕਮ ਕਰਦਾ ਉਹਨਾਂ ਨੂੰ, ਰਾਜੇਵਾਲ ਸਾਹਿਬ ਨੂੰ ਮੈਂ ਵੈਲਕਮ ਕਰਦਾ। ਜਦੋਂ ਤੁਸੀਂ ਇੱਕ ਪੋਲੀਟੀਕਲ ਪਾਰਟੀ ਬਣ ਕੇ ਆਓਗੇ ਨਾ, ਫਿਰ ਤੁਹਾਨੂੰ ਆਪਣੇ ਏਜੰਡੇ ਦੇਣੇ ਪੈਣਗੇ। ਝੂਠੇ ਏਜੰਡੇ ਨਹੀਂ, ਸੱਚੇ ਏਜੰਡੇ। ਮੈਂ ਪਹਿਲੀ ਸ਼ੁਰੂਆਤ ਤੁਹਾਡੀ ਇੰਟਰਵਿਊ 'ਚ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੂੰ ਮੈਨੀਫੈਸਟੋ ਇਹੋ ਜਿਹਾ ਨਹੀਂ ਦੇਣਾ ਚਾਹੀਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਨਾ ਕੀਤਾ। ਤੁਸੀਂ ਮੰਨਦੇ ਵੀ ਜਿਹੜਾ ਮੈਨੀਫੈਸਟੋ ਕਾਨੂੰਨੀ ਰੂਪ ਦੇ ਵਿੱਚ ਹੋਣਾ ਚਾਹੀਦਾ? ਮੈਂ ਤਾਂ ਕਹਿਣਾ ਹੋਣਾ ਚਾਹੀਦਾ। ਜੇਕਰ ਨਹੀਂ ਪਾਰਟੀ ਕੋਈ ਵਾਅਦੇ ਪੂਰੇ ਕਰਦੀ ਉਹ ਤੇ ਕੇਸ ਦਰਜ ਹੋਵੇ ਜਾਂ ਫਿਰ ਮੈਂ ਕਹਿਣਾ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਹਰ ਇੱਕ ਪੋਲੀਟੀਕਲ ਪਾਰਟੀ ਵਾਸਤੇ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਇਹ ਹੋਵੇ ਕਿ ਉਹੋ ਜਿਹਾ ਮੈਨੀਫੈਸਟੋ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਉਹਨੂੰ ਪ੍ਰੋਪਰ ਢੰਗ ਨਾਲ ਲਾਗੂ ਕਰ ਸਕਦੇ ਹੋ। ਮਜੀਠੀ ਵਾਲਾ ਮਾਮਲਾ ਬੜਾ ਗਰਮਾਇਆ, FIR ਦਰਜ ਹੋਈ ਪਰ ਗ੍ਰਿਫਤਾਰੀ ਨਹੀਂ ਹੋਈ। ਉਹ ਕਹਿੰਦੇ ਵੀ ਰਾਹੂ ਕੇਤੀ ਨੂੰ ਪਤਾ ਸੀ, ਮਜੀਠੀਆ ਕਹਿੰਦਾ ਵੀ ਮੈਂ ਕਿੱਥੇ ਬੈਠਾ ਸੀ, ਸਾਰਾ ਪਤਾ ਸੀ ਇਹਨਾਂ ਨੂੰ। ਦੇਖੋ, ਇਹ ਕਹਿੰਦੇ ਜਾਣ ਕੇ ਨਹੀਂ ਫੜਿਆ। ਦੇਖੋ, ਇਹ ਤਾਂ ਐਵੇਂ ਫਾਲਤੂ ਗੱਲਾਂ ਨੇ, ਟੋਟਲ ਫਾਲਤੂ ਗੱਲਾਂ ਨੇ। ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਦੇ ਤੇ ਮੈਂ ਆਨਰੇਬਲ ਹਾਈ ਕੋਰਟ ਤੇ ਜਾਂ ਕਿਸੇ ਕੋਰਟ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਇਹ ਤਾਂ ਕਾਨੂੰਨੀ ਪ੍ਰਕਿਰਿਆ। ਬੇਅਦਬੀ ਮਾਮਲਾ ਸਭ ਤੋਂ ਵੱਡਾ ਮਾਮਲਾ ਸੀ 2017 ਦੇ ਵਿੱਚ, ਉਹ ਵੀ ਵਿੱਚ ਵਿਚਾਲੇ ਲਟਕਦਾ। ਸਰਕਾਰ ਤੁਹਾਡੀ ਸਾਰੀ ਲੰਘੀ, ਸਿੱਖ ਕੌਮ ਦੇਖ ਰਹੀ ਸੀ ਵੀ ਇਨਸਾਫ ਦੇਣਗੇ। ਹੁਣ ਵੀ ਜਿਹੜੇ ਪੀੜਤ ਪਰਿਵਾਰ ਨੇ ਧਰਨੇ ਤੇ ਬੈਠੇ ਨੇ, ਸਿੱਧੂ ਸਾਹਿਬ ਵੀ ਗਏ ਉੱਥੇ, ਪਰ ਕੋਈ ਹੱਲ ਨਹੀਂ ਨਿਕਲਿਆ ਹੈਗਾ। ਮੈਂ ਦੱਸਦਾ, ਦੇਖੋ ਇਹ ਨਾ, ਇਹਦੇ ਤੇ ਡਿਸਕਸ਼ਨ ਰੱਖੋ ਇੱਕ ਇੰਡੀਪੈਂਡੈਂਟ। ਇਹ 15-20 ਮਿੰਟ 'ਚ ਇਹ ਮਸਲਾ ਨਹੀਂ ਡਿਸਕਸ ਕੀਤਾ। 5 ਸਾਲ ਸੀ ਤੁਹਾਡੇ ਲਵੇ ਪੂਰੇ। ਨਹੀਂ, ਮੈਂ ਤੁਸੀਂ ਮੇਰੇ ਨਾਲ ਇਹ ਸਵਾਲ ਕਰਦੇ ਹੋ, ਇਸ ਸਵਾਲ ਦਾ ਬਹੁਤ ਲੰਬਾ ਆਨਸਰ ਹੈ।
ਜੇ ਆਪਾਂ ਇਹਦੀ ਬੈਕਗਰਾਊਂਡ 'ਚ ਚਲੇ ਜਾਈਏ ਤਾਂ 2006-07 ਤੋਂ ਸ਼ੁਰੂ ਕਰਨੀ ਪਏਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ, ਜੇ ਤੁਹਾਨੂੰ ਯਾਦ ਹੋਵੇ, ਡੇਰੇ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ 2007 ਦੀ ਇਲੈਕਸ਼ਨ 'ਚ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਜੇ ਤੁਹਾਨੂੰ ਯਾਦ ਹੋਵੇ, ਭੁੱਲ ਜਾਂਦੇ ਆਪਾਂ ਗੱਲਾਂ, ਤਾਂ ਸਰਕਾਰ ਬਣਦਿਆਂ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਡਰਾਮਾ ਰਚਿਆ ਸੀ ਇਹਦੇ ਖਿਲਾਫ। ਐਜੀਟੇਸ਼ਨ ਵੀ ਹਫ਼ਤਾ ਚੱਲਦੀ ਰਹੀ, ਅੱਗਾਂ ਲੱਗੀਆਂ, ਸਾਡੇ ਨੌਜਵਾਨ ਮੁੰਡਿਆਂ ਨੂੰ ਐਡਾ ਉਹਨਾਂ ਨੂੰ ਪ੍ਰੇਰਿਤ ਕਰਕੇ ਕਿਰਪਾਨਾਂ ਨੰਗੀਆਂ, ਸਾਰਾ ਚੱਲਿਆ ਡੇਰੇ ਦੇ ਖਿਲਾਫ। ਉੱਥੋਂ ਇਹ ਘਟਨਾਕ੍ਰਮ ਸਾਰਾ ਸ਼ੁਰੂ ਹੋਇਆ। ਸ਼੍ਰੋਮਣੀ ਅਕਾਲੀ ਦਲ ਪਲੈਨਿੰਗਾਂ ਕਰਦਾ ਰਿਹਾ। ਤੁਸੀਂ ਮੈਨੂੰ ਇਹ ਦੱਸੋ, ਕਦੇ ਅੱਜ ਤੱਕ ਹੋਇਆ ਹਿਸਟਰੀ ਵਿੱਚ, ਸਿੱਖ ਹਿਸਟਰੀ ਵਿੱਚ, ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਵੇ? ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਇਹ ਜਦੋਂ ਬੇਅਦਬੀ ਵਾਲਾ ਮਸਲਾ ਆਇਆ, ਮੈਂ ਥੋੜਾ ਸ਼ਾਰਟ ਕਰ ਦਿਆਂ, ਉਹ ਬੰਦੇ ਫੜ ਲਏ ਜਾਣ 2015 'ਚ ਫੜ ਲਏ ਗਏ। 9 ਬੰਦੇ ਫੜੇ, ਉਹਨਾਂ ਦੀ ਇੰਟੈਰੋਗੇਸ਼ਨ ਹੋਈ। ਫਿਰ ਇਹਨਾਂ ਨੇ ਸੋਚਿਆ ਵੀ ਪੈਰ ਥੱਲੇ ਬਟੇਰਾ ਆ ਗਿਆ। ਇਹ ਮੈਂ ਨਹੀਂ ਕਹਿੰਦਾ, ਇਹ ਸਭ ਕੁਝ ਰਿਟਨ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੋ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹੋ, ਤੁਹਾਨੂੰ ਫੈਕਟਸ ਕਲੀਅਰ ਹੋ ਜਾਣਗੇ। SIT ਬਣੀ, ਮੈਂ SIT ਦੇ ਜਿਹੜੇ ਅਫਸਰ ਨੇ ਉਹ ਵੀ ਮੈਨੂੰ ਜਾਣਦੇ ਨੇ, ਅੱਜ ਵੀ ਮੌਜੂਦ ਨੇ। ਇਹਨਾਂ ਨੇ ਉੱਥੇ ਸੋਚਿਆ ਵੀ ਸ਼੍ਰੋਮਣੀ ਅਕਾਲੀ ਦੇ ਹੁਣ ਤਾਂ ਪੈਰ ਥੱਲੇ ਬਟੇਰਾ ਆ ਗਿਆ। ਇਹਨਾਂ ਨੇ ਫਿਰ ਅਕਸ਼ੇ ਕੁਮਾਰ ਦੇ ਥਰੂ ਉਹਦੇ ਨਾਲ ਨੈਗੋਸੀਏਸ਼ਨ ਸ਼ੁਰੂ ਕੀਤੀ, ਬਾਬਾ ਜੀ ਨਾਲ। ਉਹਦੇ ਵਿੱਚ ਕੀ ਨਿਕਲ ਕੇ ਆਇਆ ਕਿ ਅਸੀਂ ਤੁਹਾਨੂੰ ਮਾਫੀ ਦਿਵਾਉਂਦੇ ਆ, ਤੁਸੀਂ ਸਾਨੂੰ ਵੋਟਾਂ ਪਾਓ। ਤੁਸੀਂ ਦੇਖੋ ਕਿੰਨੀ ਵੱਡੀ ਕੁਤਾਹੀ ਹੋਈ। ਕੁਤਾਹੀ ਕੀ ਹੋਈ ਕਿ ਉਹ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਨਹੀਂ ਹੋਇਆ, ਉਹਨੂੰ ਬਿਨਾਂ ਪੇਸ਼ ਹੋਇਆ ਮਾਫੀ ਦਵਾਤੀ। ਕੀ ਇਹ ਘੋਰ ਪਾਪ ਨਹੀਂ ਹੈ? ਦੂਜੇ ਪਾਸੇ ਆ ਜਾਓ, ਸਿੱਖੀਜ਼ਮ ਕਹਿੰਦਾ ਕਿ ਹਰ ਧਰਮ ਦੀ ਤੁਸੀਂ ਇੱਜ਼ਤ ਮਾਣ ਕਰਨੀ ਹੈ। ਕਿਹੜੀਆਂ ਕਿਤਾਬਾਂ 'ਚ ਲਿਖਿਆ ਹੋਇਆ ਸਿੱਖੀਜ਼ਮ ਦੇ ਵਿੱਚ ਕਿ ਤੁਸੀਂ ਉਹਦਾ ਵਿਰੋਧ ਕਰ ਲਓ, ਉਹਦਾ ਵਿਰੋਧ ਕਰ ਲਓ, ਉਹਦਾ ਵਿਰੋਧ ਕਰ ਲਓ, ਵੋਟਾਂ ਦੀ ਰਾਜਨੀਤੀ ਲਈ? ਇਹ ਬਿਲਕੁਲ ਗਲਤ ਹੈ। ਜੋ ਘਟਨਾਕ੍ਰਮ ਹੋਇਆ ਤੁਹਾਡੇ ਸਾਹਮਣੇ ਆ, ਕੋਟਕਪੂਰ ਵਾਲੀ ਗੋਲੀ ਚੱਲੀ, 2 ਬੰਦੇ ਸਾਡੇ, ਉਹਦੀਆਂ ਵੀਡੀਓਜ਼ ਨੇ, ਮੈਨੂੰ ਦੱਸਣ ਦੀ ਕੀ ਲੋੜ ਹੈ, ਉਹ ਵੀਡੀਓਜ਼ ਤੁਸੀਂ ਵੇਖ ਲਓ। ਪਰ ਬੈਦ ਸਾਹਿਬ ਤੁਹਾਡੇ ਲਈ 5 ਸਾਲ ਸੀ, ਜੇਕਰ ਅਕਾਲੀ ਦਲ ਨੇ ਕੁਤਾਹੀ ਕੀਤੀ ਆ, ਜੇਕਰ ਉਹਨਾਂ ਨੇ ਕੋਈ ਗਲਤੀ ਕਾਰਵਾਈ ਕਰਨੀ ਸੀ, ਉਹਨਾਂ ਨੇ SIT ਬਣਾ ਦੀ, ਸਾਡੀ ਸਰਕਾਰ ਬਣ ਗਈ। ਇਹਨਾਂ ਲੀਗਲ ਪ੍ਰੋਸੈਸ ਹੈ। ਮੈਂ ਤੁਹਾਨੂੰ ਇੱਕ ਇੱਥੇ ਜ਼ਰੂਰ ਤੁਸੀਂ ਅਕਾਲੀ ਦਲ ਦੇ ਲੀਡਰ ਲਲਕਾਰੇ ਮਾਰ ਦਿਓ ਕਿ ਸਾਨੂੰ ਫੜ ਕੇ ਅੰਦਰ ਦਿਓ, 4 ਸਾਲ 5 ਸਾਲ ਮਾਰਦੇ ਰਹੇ ਨੇ। ਉਹ ਤਾਂ ਪੋਲੀਟੀਕਲ ਗੱਲਾਂ ਨੇ। ਤੁਸੀਂ ਜਸਟਿਸ ਜੋਰਾ ਸਿੰਘ ਕਮਿਸ਼ਨ ਇਹਨਾਂ ਨੇ ਉਹਦੀ ਰਿਪੋਰਟ ਪੜ੍ਹੋ, ਬਿਲਕੁਲ ਜ਼ਰੂਰ ਪੜ੍ਹਨੀ ਚਾਹੀਦੀ। ਇੱਥੇ ਜਿੰਨੇ ਬੰਦੇ ਖੜੇ ਆ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਸਵਾਲ ਖੜੇ ਕਰਨੇ ਬੜੇ ਸੌਖੇ ਆ, ਅਮਲ ਕਰਨਾ ਬਹੁਤ ਔਖਾ ਹੈ। ਤੁਸੀਂ ਪੜ੍ਹੋ ਤਾਂ ਸਹੀ। ਤੁਹਾਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹਨੀ, ਮੈਂ 3 ਵਾਰੀ ਪੜ੍ਹੀ ਹੈ ਕਿਉਂਕਿ ਮੈਂ ਟੈਲੀਵਿਜ਼ਨ ਤੇ ਜਾਂਦਾ ਸੀ। ਜਸਟਿਸ ਜੋਰਾ ਸਿੰਘ ਕਮਿਸ਼ਨ ਤਾਂ ਇਹਨਾਂ ਨੇ ਬਣਾਇਆ ਸੀ, ਇਹਨਾਂ ਨੇ ਲਾਗੂ ਹੀ ਨਹੀਂ ਕੀਤਾ, ਉਹਦੀ ਰਿਪੋਰਟ ਤਾਂ ਪੜ੍ਹੋ। ਪਰ ਬੈਦ ਸਾਹਿਬ ਗੱਲ ਇਹ ਆ ਵੀ 5 ਸਾਲ ਤੁਹਾਡੇ ਤੇ ਭਰੋਸਾ ਜਤਾਇਆ, ਲੀਗਲ ਪ੍ਰੋਸੈਸ ਆ ਨਾ ਜਿਹੜਾ, ਉਹ ਕੰਮ ਡਿਲੇ ਕਰਦਾ। ਸਾਡੀ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਤੇ ਭਰੋਸਾ ਕੀਤਾ, ਲੇਕਿਨ ਕੁੰਵਰ ਵਿਜੇ ਪ੍ਰਤਾਪ ਡੇ 1 ਤੋਂ ਉਹਦਾ ਮਾਈਂਡ ਹਮੇਸ਼ਾ ਆਮ ਆਦਮੀ ਪਾਰਟੀ 'ਚ ਸੀ, ਹਮੇਸ਼ਾ। ਜਦੋਂ ਪਹਿਲਾਂ ਪਤਾ ਲੱਗ ਗਿਆ ਸੀ ਤੁਹਾਨੂੰ ਇਸ ਬਾਰੇ? ਕਈ ਗੱਲਾਂ ਨਹੀਂ ਪਤਾ ਲੱਗਦੀਆਂ, ਡਿਸੀਜਨ ਹੋ ਜਾਂਦੇ ਨੇ। ਆਪਾਂ ਵੀ ਤਾਂ ਆਪਣੇ ਘਰਾਂ ਦੇ ਵਿੱਚ ਡਿਸੀਜਨ ਲੈਣੇ। ਬਾਪੂ ਦਾ ਡਿਸੀਜਨ ਬੜੀ ਵਾਰੀ ਫੇਲ ਹੁੰਦਾ ਕਿ ਨਹੀਂ ਹੁੰਦਾ? ਬਾਪੂ ਦਾ ਡਿਸੀਜਨ ਫੇਲ, ਸਾਰੇ ਬਾਪੂ ਦੇ ਡਿਸੀਜਨ। ਪ੍ਰਤਾਪ ਤੁਸੀਂ ਬਿਆਨ ਵੀ ਸੁਣੇ ਹੋਣ, ਕਹਿੰਦੇ ਮੈਨੂੰ ਰੋਕਦੇ ਰਹੇ। ਮੈਂ ਕਿਹੜੇ ਰੋਕਦੇ ਰਹੇ? ਝੂਠ ਬੋਲਦਾ ਉਹ। ਮੈਂ ਤਾਂ ਕਿਹਾ ਸੀ ਉਹਨੇ ਸਿੱਖਾਂ ਦੀ, ਪੰਜਾਬੀਆਂ ਦੀ ਛਾਤੀ 'ਚ ਵੀ ਛੁਰਾ ਮਾਰਿਆ ਤੇ ਪਿੱਠ 'ਚ ਵੀ ਮਾਰਿਆ। ਉਹਨੇ ਰਿਪੋਰਟ ਕਿੰਨੀ ਲਟਕਾਈ, ਮੈਂ ਦੱਸਦਾ ਤੁਹਾਨੂੰ। ਵਕੀਲ ਮੈਨੂੰ 2-2 ਘੰਟੇ ਦਫ਼ਤਰ ਬਾਹਰ ਬਿਠਾ ਕੇ ਬਿਲਕੁਲ ਝੂਠ ਬੋਲਦੇ ਨੇ। ਵਕੀਲਾਂ ਦਾ ਕੀ ਸੀਗਾ ਕਿ ਆਪਣੀ ਰਿਪੋਰਟ ਦਿੰਦਾ। ਅੱਜ ਉਹ ਰਿਪੋਰਟ ਮੈਂ ਤੁਹਾਨੂੰ ਦੇ ਦਿਆਂ ਨਾ, ਫੈਕਟਸ, ਉਹ ਤਾਂ ਲੱਭਣ ਦੀ ਲੋੜ ਹੀ ਨਹੀਂ ਸੀ। ਮੈਂ DC ਰਿਹਾ, ਜੇ ਉਹ ਰਿਪੋਰਟ ਬਣਾਉਣੀ ਹੁੰਦੀ ਕਿੰਨਾ ਟਾਈਮ ਲੱਗਣਾ ਸੀ? ਨਾਟ ਮੋਰ ਦੈਨ 2 ਮੰਥਸ। ਸਾਰਾ ਕੁਝ ਤਾਂ ਤੁਹਾਡੇ ਸਾਹਮਣੇ। ਜਸਟਿਸ ਰਣਜੀਤ ਸਿੰਘ ਕਮਿਸ਼ਨ, ਵੀਡੀਓਗ੍ਰਾਫ, ਉੱਥੋਂ ਦੀਆਂ CCTV ਫੁਟੇਜ, ਜਸਟਿਸ ਜੋਰਾ ਸਿੰਘ ਕਮਿਸ਼ਨ, SIT ਦੀ ਰਿਪੋਰਟ ਪਈ ਸੀ ਤੁਹਾਡੇ ਸਾਹਮਣੇ। ਪਰ ਬੈਦ ਸਾਹਿਬ ਜਦੋਂ ਤੁਸੀਂ ਜਾਮੋਗੇ ਸੁਣ ਤਾਂ ਲਓ ਨਾ ਜੀ, ਸਾਰਾ ਕੁਝ ਸੀਗਾ। ਕੁੰਵਰ ਵਿਜੇ ਪ੍ਰਤਾਪ ਨੇ ਕੀ ਕੀਤਾ? ਜਾਣਬੁੱਝ ਕੇ ਲਟਕਾਈ ਗਿਆ। ਅੱਜ ਮੈਂ ਉਹ ਫੈਕਟਸ ਤੁਹਾਨੂੰ ਦੇ ਦਿਆਂ, ਆਹ 2-3 ਚੀਜ਼ਾਂ,
ਤੁਹਾਨੂੰ ਕਹਾਂ ਭਾਈ ਸਾਹਿਬ ਇਹਦੀ ਰਿਪੋਰਟ ਬਣਾ ਦਿਓ, 20 40 50 ਬੰਦਿਆਂ ਦੇ ਬਿਆਨ ਹੀ ਦੁਬਾਰਾ ਲੈਣੇ ਸੀ। ਉਹ ਰਿਪੋਰਟ 2 ਜਾਂ 3 ਮਹੀਨਿਆਂ 'ਚ ਕੰਪਲੀਟ ਹੋਣੀ ਚਾਹੀਦੀ ਸੀ, ਨਹੀਂ ਕੀਤੀ ਕਿਉਂਕਿ ਇੰਟਰਸਟ ਹੋਰ ਪਾਸੇ ਸੀ। ਮੈਂ ਜੇ ਤੁਹਾਨੂੰ ਯਾਦ ਹੋਵੇ ਜਦੋਂ ਪਿਛਲੀ ਜਨਵਰੀ ਦੇ ਵਿੱਚ ਪਿਛਲੀ ਜਨਵਰੀ 'ਚ ਜਦੋਂ ਹਾਈ ਕੋਰਟ ਨੇ ਆਰਡਰ ਕੀਤਾ ਇਹਦੀ ਰਿਪੋਰਟ ਤੇ ਉਦੋਂ ਤੱਕ ਮੈਂ ਡਿਫੈਂਡ ਕਰਦਾ ਸੀ। ਉਹ ਜਦੋਂ ਮੈਂ ਸਾਰੇ ਫੈਕਟਸ ਪੜ੍ਹੇ ਮੇਰੀਆਂ ਤਾਂ ਅੱਖਾਂ ਖੁੱਲ੍ਹ ਗਈਆਂ। ਮੈਂ ਚੀਫ ਮਿਨਿਸਟਰ ਕੋਲੇ ਗਿਆ, ਉੱਥੇ ਜਸਟਿਸ ਰਣਜੀਤ ਸਿੰਘ ਬੈਠੇ ਸੀ, ਜਸਟਿਸ ਆਪਣੇ ਗਿੱਲ ਸਾਹਿਬ ਬੈਠੇ ਸੀ, ਸਾਹਿਬ ਮਹਿਤਾਬ ਸਿੰਘ DGP ਸੀ, ਅਤੁਲ ਨੰਦਾ ਜੀ ਸੀ ਸਾਡੇ। ਮੇਰੀ ਉਹਨਾਂ ਨਾਲ ਬਹਿਸ ਹੋਈ ਇਸ ਇਸ਼ੂ ਤੇ। ਤਦ ਅੱਖਾਂ ਖੁੱਲੀਆਂ ਕਿ ਇਹ ਬੰਦੇ ਨੇ ਤਾਂ ਸਾਡੇ ਸਿੱਖਾਂ ਨੂੰ ਪੰਜਾਬੀਆਂ ਦੀ ਪਿੱਠ ਛੁਰਾ ਮਾਰਿਆ ਕੁੰਵਰ ਵਿਜੇ ਪ੍ਰਤਾਪ ਨੇ। ਪੜ੍ਹੋ ਤਾਂ ਸਹੀ ਯਾਰ ਤੁਸੀਂ। ਪ੍ਰੋਬਲਮ ਕੀ ਆ ਕਿ ਅਸੀਂ ਨਾ ਫੈਕਟਸ ਪੜ੍ਹਦੇ ਨਹੀਂਗੇ, ਗੱਲਾਂ ਕਰਨੀਆਂ ਮਿੱਤਰਾ ਬਹੁਤ ਸੌਖੀਆਂ ਨੇ। ਰਿਐਲਿਟੀ ਆਫ ਲਾਈਫ ਲੋਕਾਂ ਨੂੰ ਕੀ ਜਵਾਬ ਦਵੋਗੇ ਜਿਹੜਾ ਤੁਹਾਡੇ ਤੋਂ ਪੁੱਛਣਗੇ ਵੀ ਤੁਹਾਨੂੰ 5 ਸਾਲ ਲਈ ਅਸੀਂ ਲੋਕਾਂ ਨੂੰ ਜਵਾਬ ਦਿੰਦੇ ਆ। ਮੈਂ ਤੁਹਾਨੂੰ ਜਵਾਬ ਤਾਂ ਦੇ ਰਿਹਾ। ਲੀਗਲ ਪ੍ਰੋਸੈਸ ਹੈ, ਲੀਗਲ ਪ੍ਰੋਸੈਸ। ਜੇ ਤੁਸੀਂ ਹਾਈ ਕੋਰਟ ਹੋਰ ਕਿੰਨਾ ਸਮਾਂ ਚਾਹੀਦਾ ਤੁਹਾਨੂੰ ਇਨਸਾਫ ਦੇਣ ਲਈ? ਨਹੀਂ SIT ਬਣਾ ਕੇ ਉਹਦੀਆਂ ਰਿਪੋਰਟਸ ਪੇਸ਼ ਹੋ ਗਈਆਂ ਨੇ। ਦੇਖੋ ਜਿਹੜਾ ਸਜ਼ਾ ਤਾਂ ਉਹ ਤਾਂ ਅਦਾਲਤਾਂ ਨੇ ਕਰਨੀ, ਉਹ ਤਾਂ ਕਿਸੇ ਸਰਕਾਰਾਂ ਨੇ ਨਹੀਂ ਕਰਨੀ। ਸਜ਼ਾਵਾਂ ਅਦਾਲਤਾਂ ਨੇ ਦੇਣੀਆਂ, ਉਹ ਸਾਰਾ ਹੁਣ ਮਸਲਾ ਹਜੇ ਤੱਕ ਤਾਂ ਬਿਆਨ ਹੀ ਨਹੀਂ ਦਰਜ ਹੋਏ। ਹਾਲੇ ਤੱਕ ਸਭ ਕੁਝ ਹੋ ਚੁੱਕਿਆ ਹੋਇਆ, ਚਲਾਨ ਪੇਸ਼ ਹੋ ਚੁੱਕੇ ਹੋਏ ਨੇ। ਤੁਸੀਂ ਦੇਖੋ ਨਾ ਜੀ, ਚਲਾਨ ਪੇਸ਼ ਹੋ ਚੁੱਕੇ ਨੇ ਅਦਾਲਤਾਂ ਦੇ ਵਿੱਚ। ਉਹ ਟ੍ਰਾਇਲ ਸ਼ੁਰੂ ਹੋਇਆ, ਫੈਸਲਾ ਤਾਂ ਅਦਾਲਤਾਂ ਨੇ ਕਰਨਾ, ਸਜ਼ਾਵਾਂ ਅਦਾਲਤਾਂ ਨੇ ਦੇਣੀਆਂ। ਧੰਨਵਾਦ ਬਾਬੂ। ਇਹ ਸਨ ਗਿੱਲ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਬੈਦ, ਜਿਨ੍ਹਾਂ ਦੇ ਵੱਲੋਂ ਬੜੇ ਹੀ ਵਿਵਾਕੀ ਦੇ ਨਾਲ ਜਵਾਬ ਦਿੱਤੇ ਗਏ ਨੇ। ਨਾਲ ਦੀ ਨਾਲ ਕੁੰਵਰ ਵਿਜੇ ਪ੍ਰਤਾਪ ਤੇ ਤਿੱਖੇ ਜਿਹੜੇ ਹਮਲੇ ਕੀਤੇ ਗਏ ਨੇ। ਇਹਨਾਂ ਨੇ ਸਾਫ਼ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਸਿੱਖ ਕੌਮ ਦੀ ਪਿੱਠ ਦੇ ਵਿੱਚ ਸੋਹਰਾ ਮਾਰਿਆ, ਜਾਣ ਬੁੱਝ ਕੇ ਜਿਹੜਾ ਕੇਸ ਹੈ ਜਿਹੜਾ ਬੇਅਦਬੀ ਗੋਲੀ ਕਾਂਡ ਦਾ ਜਿਹੜਾ ਲਟਕਾਇਆ ਗਿਆ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ, D5 ਚੈਨਲ ਪੰਜਾਬੀ, ਲੁਧਿਆਣਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।